ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰਿ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ ਜੋ ਸ਼ਾਮ ਦਾ ਸਮੇਂ ਗੁਰੂ ਸਾਹਿਬ ਨੇ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਆਓ ਇਤਿਹਾਸ ਦੀ ਜੋ ਕਥਾ ਦਾ ਸਮਾਂ ਹੈ, ਬਹੁਤ ਹੀ ਸਤਿਕਾਰਯੋਗ ਮਹਾਨ ਵਿਦਵਾਨ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ, ਜੋ ਕਿ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੀ ਅੰਸ਼ ਵੰਸ਼ ਵਿੱਚੋਂ ਸਨ। ਉਹਨਾਂ ਨੇ ਜੋ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਸੋਹਣੀ ਸੁੰਦਰ ਛੰਦਾਬੰਦੀ ਕਾਵ ਰਚਨਾ ਦੇ ਵਿੱਚ ਲਿਖਿਆ, ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਜੋ ਕਥਾ ਹੈ ਉਹ ਮਾਈ ਭਾਈ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹਨ। ਤੋ ਲੜੀ ਤਹਿਤ ਕੱਲ ਆਪਾਂ ਇਹ ਇਤਿਹਾਸ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੀਵਨ ਪ੍ਰਸੰਗ 21ਵੇਂ ਘਰ ਦਾ ਜਿਹੜਾ ਪ੍ਰਸੰਗ ਹੈ ਉਹ ਸਰਵਣ ਕੀਤਾ ਕਿ ਉਹ ਸਮਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਹੁਣ ਜੋ ਗੁਰਤਾ ਗੱਦੀ ਬਖਸ਼ੀ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪਿਆਰ ਤੇ ਸਤਿਕਾਰ ਨਾਲ ਬੁਲਾਇਆ ਹੈ। ਸੋਹਣੇ ਸੁੰਦਰ ਇਸ਼ਨਾਨ ਤੋਂ ਬਾਅਦ ਵਸਤਰ ਪਹਿਨਾਏ ਔਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭਾਦਰੋਂ ਦੀ ਪੂਰਨਮਾਸ਼ੀ ਤੋਂ 2 ਦਿਨ ਪਹਿਲਾਂ, ਭਾਵ ਭਾਦਰੋਂ ਸੁਦੀ 13 ਨੂੰ ਜੋ ਗੁਰਤਾ ਗੱਦੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੀ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਉਹ ਸਮਾਂ ਭਾਦਰੋਂ ਸੁਦੀ ਤਰੋਸ਼ਦੀ ਤੇ 1631 ਬਿਕਰਮੀ ਜੋ ਇਤਿਹਾਸ ਵਿੱਚ ਤਰੀਕਾਂ ਦਰਜ ਹੈ। ਭਾਵੇਂ ਕਿ ਸੰਤ ਰੇਣ ਜੀ ਨੇ ਨਾਨਕਸ਼ਾਹੀ ਸੰਮਤ ਜਿਹੜਾ ਹੈ
ਉਹ ਗੁਰਮੁਖੋ 104 ਕਿਹਾ। ਤੇ ਪਰੰਤੂ ਜਦੋਂ ਫਿਰ ਨਾਨਕਸ਼ਾਹੀ ਜਿਹੜਾ ਸੰਮਤ ਹੈ ਉਹ ਫਿਰ ਉਸ ਸਾਲ ਚੇਤ ਤੋਂ ਉਹਦੀ ਆਰੰਭਤਾ ਕਰ ਲਈ ਗਈ ਕਿ ਜਿਹੜੇ ਸਾਲ ਦੇ ਵਿੱਚ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦਾ ਅਵਤਾਰ ਹੋਇਆ, ਕਿਉਂਕਿ ਗੁਰੂ ਸਾਹਿਬ ਗੁਰੂ ਨਾਨਕ ਦੇ ਪਾਤਸ਼ਾਹ ਦਾ ਜਿਹੜਾ ਅਵਤਾਰ ਹੈ ਉਹ ਕਾਤਕ ਸੁਦੀ ਪੂਰਨਮਾਸ਼ੀ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਦੇਸੀ ਮਹੀਨੇ ਹਨ, ਪਹਿਲਾ ਮਹੀਨਾ ਚੇਤ ਹੈ। ਇਸ ਕਰਕੇ ਫਿਰ ਜਿਹੜਾ ਨਾਨਕਸ਼ਾਹੀ ਸੰਮਤ ਬਣਿਆ ਹੈ ਉਹ ਇੱਕ ਚੇਤ ਤੋਂ ਉਹਦੀ ਆਰੰਭਤਾ ਹੋ ਜਾਂਦੀ ਹੈ। ਇਹ ਗੁਰੂ ਪਾਤਸ਼ਾਹ ਮਹਾਰਾਜ, ਕਿਉਂਕਿ ਜੇ ਉਸ ਹਿਸਾਬ ਨਾਲ 1526 ਦੇ ਵਿੱਚ 104 ਜੋੜੀਏ ਫਿਰ ਤੇ 1630 ਬਿਕਰਮੀ ਬਣਦਾ ਹੈ, ਪਰ 1631 ਬਿਕਰਮੀ ਹੈ। ਤੇ ਇਹ 100 ਨਾਨਕਸ਼ਾਹੀ ਸੰਮਤ ਜਿਹੜਾ ਅਸਲ ਵਿੱਚ 5 ਹੈ, ਜਿਹੜਾ ਸੰਤ ਰੇਣ ਜੀ ਨੇ 4 ਲਿਖਿਆ ਨਾ, ਇਹ ਨਾਨਕਸ਼ਾਹੀ ਸੰਮਤ 5 ਹੈ। ਗੁਰੂ ਪਾਤਸ਼ਾਹ ਮਹਾਰਾਜ ਨੇ ਜਿਹੜਾ ਭਾਦਰੋਂ ਸੁਦੀ ਤ੍ਰੋਦਸ਼ੀ ਨੂੰ 1631 ਬਿਕਰਮੀ ਤੇ 105 ਨਾਨਕਸ਼ਾਹੀ ਸੰਮਤ, ਤੇ ਜਿਹੜਾ ਈਸਵੀ ਸੰਮਤ ਜੇ ਉਹਦਾ ਹਿਸਾਬ ਕਿਤਾਬ ਲਾਈਏ ਤਾਂ ਭਾਈ ਜਿਹੜਾ ਈਸਵੀ ਸੰਨ ਹੈ ਉਹ ਗੁਰੂ ਸਾਹਿਬ ਜੀ ਦਾ 1574 ਬਣਦਾ ਹੈ ਈਸਵੀ ਸੰਨ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ, ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੂੰ ਕਿਵੇਂ ਭਾਈ ਆਪਣੀ ਉਮਰ ਦੇ ਜਿਹੜੇ 6 ਸਾਲ 11 ਮਹੀਨੇ ਤੇ 18 ਦਿਨ ਉਹ ਮਹਾਰਾਜ ਨੇ ਜੀਵਨ ਆਪਣਾ ਨਾਲ ਬਖਸ਼ਿਸ਼ ਕੀਤਾ, ਤੇ ਗੁਰੂ ਰਾਮਦਾਸ ਪਾਤਸ਼ਾਹ ਜੀ 6 ਸਾਲ 11 ਮਹੀਨੇ 20 ਦਿਨ ਗੁਰਤਾ ਗੱਦੀ ਤੇ ਰਹੇ। ਜਿਹੜੇ 2 ਦਿਨ ਵੱਧ ਉਹ ਇਹ ਹੈ ਕਿ ਤ੍ਰੋਸ਼ਦੀ ਜਿਹੜਾ 13 ਹੈ ਤ੍ਰੋਦਸ਼ੀ, ਕਿਉਂਕਿ 2 ਦਿਨ ਇਹ ਐਡ ਵਿੱਚ ਹੋਣ ਦੇ ਨਾਲ ਮਹਾਰਾਜ ਭਾਦਰੋਂ ਸੁਦੀ ਜਿਹੜੀ ਪੂਰਨਮਾਸ਼ੀ ਹੈ ਉਸ ਦਿਨ ਜੋਤੀ ਜੋ ਸਮਾਉਂਦੇ ਆ। ਉਦੋਂ ਤੋਂ ਫਿਰ ਜਿਹੜੇ ਬਾਕੀ 6 ਸਾਲ 11 ਮਹੀਨੇ 18 ਦਿਨ ਸੀ ਉਹ ਜ਼ਿੰਦਗੀ ਮਹਾਰਾਜ ਨੂੰ ਗੁਰੂ ਰਾਮਦਾਸ ਜੀ ਨੂੰ ਬਖਸ਼ੀ, ਤੇ ਗੁਰਤਾ ਗੱਦੀ 2 ਦਿਨ ਪਹਿਲਾਂ ਦਿੱਤੀ। ਇਸ ਕਰਕੇ 6 ਸਾਲ 11 ਮਹੀਨੇ ਤੇ 20 ਦਿਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਦਾ ਸਮਾਂ। ਭਾਵ ਗੁਰੂ ਰਾਮਦਾਸ ਮਹਾਰਾਜ ਨੂੰ ਜਿੱਦਾਂ ਗੁਰਤਾ ਗੱਦੀ ਬਖਸ਼ੀ ਹੈ ਉਸ ਦਿਨ ਇੱਕ ਉਹ ਦਿਨ ਤੇ ਇੱਕ ਉਦੋਂ 14 ਇੰਨੀ ਸਰੀਰਕ ਉਮਰ ਸੀ ਮਹਾਰਾਜ ਦੀ। ਤੇ ਫਿਰ ਮਹਾਰਾਜ ਨੇ ਬਾਕੀ ਜਿਹੜੀ ਗਾਹਾਂ ਭਾਵ 2 ਦਿਨ, ਇੱਕ ਉਸ ਦਿਨ ਵਾਲਾ ਇੱਕ ਉਦੋਂ ਅਗਲਾ, 2 ਦਿਨ ਦੀ ਸਰੀਰਕ ਉਮਰ ਬਾਕੀ ਸੀ। 6 ਸਾਲ 11 ਮਹੀਨੇ 18 ਦਿਨ ਗੁਰੂ ਅਮਰਦਾਸ ਪਾਤਸ਼ਾਹ ਨੇ ਆਪਣੀ ਸਰੀਰਕ ਉਮਰ ਬਖਸ਼ੀ ਨਾਲ, ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਦੇ ਜਿਹੜੇ ਉਮਰ ਹੈ ਸਰੀਰਕ ਉਮਰ ਉਹ ਗੁਰਮੁਖੋ ਗੁਰੂ ਪਾਤਸ਼ਾਹ ਮਹਾਰਾਜ ਦੀ 100 ਮਹਾਰਾਜ ਦੀ ਉਮਰ 5 ਸਾਲ ਜਿਹੜਾ ਹੈ ਤੇ 4 ਮਹੀਨੇ 1 ਦਿਨ, ਇੰਨੀ ਸਰੀਰਕ ਉਮਰ ਗੁਰੂ ਪਾਤਸ਼ਾਹ ਜੀ ਦੀ ਹੈ। ਜਿਹੜਾ ਕਿ 1526 ਜੇ ਵਿਸਾਖ ਸੁਦੀ 14 ਦੇ ਹਿਸਾਬ ਨਾਲ ਆ ਜਿਹੜਾ ਮਹਾਰਾਜ ਦਾ ਅਵਤਾਰ ਦਿਹਾੜਾ, ਹੁਣ ਕਈਆਂ ਨੇ ਇਤਿਹਾਸਕਾਰਾਂ ਨੇ ਫਿਰ 1536 ਕਰ ਦਿੱਤਾ ਵੀ ਉਹਨਾਂ ਦੀ ਭਾਵਨਾ ਇਹ ਹੋ ਗਈ ਕਿ ਗੁਰੂ ਨਾਨਕ ਦੇ ਪਾਤਸ਼ਾਹ ਦਾ ਕਾਤਕ ਸੁਦੀ ਪੂਰਨਮਾਸ਼ੀ 1526 ਨੂੰ ਅਵਤਾਰ ਹੁੰਦਾ ਹੈ, ਤੇ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਉਦੋਂ ਪਹਿਲਾਂ ਲਗਭਗ 6 ਮਹੀਨੇ ਪਹਿਲਾਂ ਅਵਤਾਰ ਹੋ ਜਾਂਦਾ ਹੈ।
ਤਾਂ ਫਿਰ ਉਹ ਆਪ ਦਾ ਅਟਕਲ ਪੱਚੂ ਮਨ ਦੇ ਅੰਦਰ ਲਾ ਲਿਆ ਵੀ ਇਉਂ ਤਾਂ ਫਿਰ ਠੀਕ ਨਹੀਂ ਹੈ ਕਿ ਜਿਹੜਾ ਪਹਿਲਾਂ ਗੁਰੂ ਅਵਤਾਰ ਹੋਇਆ ਉਹਨੂੰ ਉਹ ਤੀਜੇ ਥਾਂ ਤੇ ਗੁਰੂ ਬਣਦਾ। ਉਹ ਤਾਂ ਭਾਈ ਗੁਰੂ ਦੇ ਲੜ ਲੱਗ ਕੇ ਫੇਰ ਉਹ ਜਿਹੜੀ ਹੈ ਜੋਤ ਪ੍ਰਵੇਸ਼ ਹੋਈ ਹੈ ਨਾ। ਗੁਰੂ ਨਾਨਕ ਦੇ ਪਾਤਸ਼ਾਹ ਦਾ ਧੁਰੋਂ ਆਈ ਜੋਤ ਹੈ। ਜੇ ਹੁਣ ਇਸ ਤਰ੍ਹਾਂ ਹਿਸਾਬ ਕਿਤਾਬ ਆਪਦੀ ਮਰਜ਼ੀ ਦਾ ਲਾਉਣ ਲੱਗੀਏ ਫਿਰ ਤਾਂ ਹੁਣ ਇਤਿਹਾਸ ਵਿੱਚ ਇੱਥੇ ਇਹ ਹੈ ਕਿ ਦੇਖੋ ਪੋਤਰਾ ਪਹਿਲਾਂ ਗੁਰੂ ਤੇ ਦਾਦਾ ਬਾਅਦ ਵਿੱਚ ਗੁਰੂ। ਦਾਦਾ ਤੇ ਪੋਤੇ ਨੂੰ ਸਭ ਕੁਝ ਸੌਂਪਦਾ ਦੁਨੀਆ ਦੇ ਵਿੱਚ ਆਪਾਂ ਵੇਖਦੇ ਹਾਂ, ਪਰ ਇੱਥੇ ਤਾਂ ਮਹਾਰਾਜ ਦੀਆਂ ਰੀਤਾਂ ਨੇ ਕਿ ਪੋਤਾ ਦਾਦੇ ਨੂੰ ਗੁਰਤਾ ਗੱਦੀ ਬਖਸ਼ ਰਿਹਾ। ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਉਹ ਗੁਰਮੁਖੋ ਪੋਤੇ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ, ਤੇ ਉਹਨਾਂ ਨੇ ਫਿਰ ਪੋਤੇ ਨੇ ਅੱਗੇ ਜਿਹੜੀ ਗੁਰਤਾ ਗੱਦੀ ਹੈ ਨਾਵੇਂ ਪਾਤਸ਼ਾਹ ਦਾਦੇ ਨੂੰ ਜਿਹੜੀ ਹੈ ਬਖਸ਼ੀ। ਇਹ ਗੁਰੂ ਕਿਆਂ ਦੀ ਆਪਣੀ ਖੇਡ ਹੈ। ਇਸ ਕਰਕੇ ਇੱਕ ਅਦਭੁਤ ਹੈ ਪਰਮੇਸ਼ਰ ਦਾ ਕਿ ਗੁਰੂ ਪਾਤਸ਼ਾਹ ਮਹਾਰਾਜ ਧੰਨ ਗੁਰੂ ਨਾਨਕ ਦੇਵ ਨੂੰ ਜੀ ਆਦ ਗੁਰੂ ਲਿਖਿਆ ਗੁਰੂ ਮਹਾਰਾਜ ਨੇ। ਉਹ ਤਾਂ ਧੁਰੋਂ ਗੁਰੂ ਹੈ ਨਾ। ਇਹ ਗੁਰੂ ਜਦੋਂ ਗੁਰੂ ਦੀ ਬਖਸ਼ਿਸ਼ ਹੋਈ ਉਦੋਂ ਗੁਰੂ ਬਣੇ। ਪਹਿਲਾਂ ਸੇਵਕ ਦੇ ਰੂਪ ਵਿੱਚ ਆਏ, ਭਾਵੇਂ ਹੈ ਧੁਰੋਂ ਹੀ ਹੈ ਵੀ ਸਾਰਾ ਕੁਝ, ਪਰ ਉਹ ਆਏ ਤਾਂ ਉਦੋਂ ਹੀ ਕਿਰਪਾ ਤਾਂ ਉਦੋਂ ਹੀ ਹੋਈ ਨਾ। ਅੰਦਰ ਬ੍ਰਹਮ ਦਾ ਜਿਹੜਾ ਆਗਾਜ਼ ਹੈ, ਪ੍ਰਕਾਸ਼ ਹੈ, ਤਾਂ ਉਸੋਂ ਹੀ ਹੈ ਜਦੋਂ ਗੁਰੂ ਦੇ ਲੜ ਲੱਗੇ। ਤੇ ਗੁਰੂ ਪਾਤਸ਼ਾਹ ਮਹਾਰਾਜ ਧੰਨ ਗੁਰੂ ਰਾਮਦਾਸ ਜੀ ਨੂੰ ਇਉਂ ਗੁਰਤਾ ਗੱਦੀ ਜਿਹੜਾ ਬਖਸ਼ਿਸ਼ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਫਿਰ ਸਾਰੀਆਂ ਸੰਗਤਾਂ ਨੂੰ, ਪੁੱਤਰਾਂ ਨੂੰ, ਸਭ ਨੂੰ ਕਿਹਾ ਕਿ ਇਹਨਾਂ ਨੂੰ ਨਮਸਕਾਰ ਕਰੋ। ਸਾਰਿਆਂ ਨੇ ਨਮਸਕਾਰ ਕੀਤੀ। ਬਹੁਤ ਖੁਸ਼ੀਆਂ ਮਨਾਈਆਂ ਗਈਆਂ। ਫਿਰ ਗੁਰਮੁਖੋ ਜਿਹੜਾ ਹੈ ਦੂਸਰਾ ਦਿਨ ਭਾਦਰੋਂ ਸੁਦੀ ਚੌਦਸ਼ ਦਾ ਆ ਗਿਆ। ਉਸ ਦਿਨ ਸਾਰੇ ਹੀ ਲੰਗਰ ਲੱਗਿਆ ਹੈ। ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਨੇ। ਗੋਇੰਦਵਾਲ ਦੇ ਪਾਸਾ ਤੀਰ ਭਈ ਹਜ਼ਾਰਨ ਸਿੱਖਨ ਭੀੜ, ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਇਕੱਠੇ ਹੋ ਗਏ ਹੈ। ਇਹ 21ਵੇਂ ਘਰ ਦਾ ਪ੍ਰਸੰਗ ਕੱਲ ਸਰਵਣ ਕੀਤਾ ਹੈ। ਆਓ ਪ੍ਰੇਮ ਸਹਿਤ ਅਗਲਾ ਪ੍ਰਸੰਗ ਜਿਹੜਾ ਕਿ ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਪ੍ਰਸੰਗ ਦਾ ਸਮਾਪਤੀ ਵਾਲਾ ਪ੍ਰਸੰਗ 22ਵੇਂ ਘਰ ਦਾ ਪ੍ਰਸੰਗ ਹੈ, ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਹ 22ਵਾਂ ਜਿਹੜਾ ਪ੍ਰਸੰਗ ਹੈ ਸਰਵਣ ਕਰਦੇ ਹਨ। ਸ੍ਰੀ ਸਤਿਗੁਰ ਗੋਰੇ ਅਮਰ ਜੀ ਭਾਵ ਸਾਗਰ ਕੇ ਪੋਤ। ਸੰਤ ਰੇਣ ਪ੍ਰੇਮ ਸਿੰਘ ਜੀ ਕਥਾ ਸੁਣਾ ਰਹੇ ਹੈ, ਲਿਖਵਾ ਰਹੇ ਨੇ। ਬਾਬਾ ਪ੍ਰੇਮ ਸਿੰਘ ਬੇਦੀ ਤੇ ਹੋਰ ਸਰੋਤੇ ਕਥਾ ਸਰਵਣ ਕਰਦੇ ਆ। ਸੰਤ ਰੇਣ ਜੀ ਕਹਿਣ ਲੱਗੇ ਹਨ, ਭਾਈ ਸ੍ਰੀ ਸਤਿਗੁਰ ਗੁਰ ਅਮਰ ਜੀ ਕਿ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਜੀ ਭਾਵ ਸਾਗਰ ਕੇ ਪੋਤ। ਪੋਤ ਨਾਮ ਬੇੜੇ ਦਾ, ਜਹਾਜ਼ ਦਾ, ਕਿ ਇਸ ਭਵ ਸਾਗਰ ਤੋਂ ਪਾਰ ਕਰਨ ਵਾਲੇ ਜਹਾਜ਼ ਹਨ। ਰਾਮਦਾਸ ਸ੍ਰੀ ਗੁਰ ਥਪਿਓ ਆਪ ਸਮਾਵੈ ਜੋਤ। ਹੁਣ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਅੱਗੇ ਗੁਰੂ ਥਾਪ ਦਿੱਤਾ। ਚੌਥੇ ਗੁਰੂ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਹੈ ਤੇ ਆਪ ਜਿਵੇਂ ਹੁਣ ਗੁਰੂ ਅਮਰਦਾਸ ਮਹਾਰਾਜ ਜੀ ਜੋਤੀ ਜੋ ਸਮਾ ਰਹੇ ਹੈ, ਉਹ ਪ੍ਰਸੰਗ ਹੈ। ਚੌਪਈ ਨੇਤਰ ਪ੍ਰਫੁੱਲਿਤ ਜਨ ਅਰਬਿੰਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨੇਤਰ ਇਸ ਤਰ੍ਹਾਂ ਭਾਈ ਪ੍ਰਫੁੱਲਤ ਨੇ ਖਿੜੇ ਹੋਏ ਹਨ ਜਿਸ ਤਰ੍ਹਾਂ ਕਮਲ ਦਾ ਫੁੱਲ ਹੈ।
ਦੇਪਤ ਬਦਨ ਦੋਤੇ ਇੰਦ ਮਨਿੰਦਾ। ਜਿਹੜਾ ਸਤਿਗੁਰੂ ਦਾ ਬਦਨ ਭਾਵ ਚਿਹਰਾ ਹੈ ਉਹ ਇਉਂ ਪ੍ਰਕਾਸ਼ਦਾ ਹੈ, ਐਸੀ ਉਹਦੀ ਦੁੱਤ ਹੈ, ਤੇਜ ਹੈ। ਇੰਦ ਮਨਿੰਦਾ ਜਿਵੇਂ ਪੂਰਨਮਾਸ਼ੀ ਦਾ ਚੰਦਰਮਾ ਹੈ। ਦਾਸਨ ਦੇਤ ਆਨੰਦ ਬਿਲੰਦਾ। ਆਪਣਿਆਂ ਸੇਵਕਾਂ ਨੂੰ ਮਹਾਨ ਵੱਡੇ ਆਨੰਦ ਸਤਿਗੁਰੂ ਬਖਸ਼ ਰਹੇ ਹਨ। ਸੁਧਾ ਗਿਰਾ ਦੁਖ ਦੁੰਦ ਨਿਕੰਦਾ। ਤੇ ਜਿਵੇਂ ਚੰਦਰਮਾ ਦੀਆਂ ਕਿਰਨਾਂ ਜਿਹੜੀਆਂ ਅੰਮ੍ਰਿਤ ਰੂਪ ਹੁੰਦੀਆਂ, ਇਸੇ ਤਰ੍ਹਾਂ ਭਾਈ ਗੁਰੂ ਸਾਹਿਬ ਦੀ ਜੋ ਬਾਣੀ ਹੈ ਸੁਧਾ ਗਿਰਾ ਅੰਮ੍ਰਿਤ ਵਰਗ ਸਰੂਪ ਬਾਣੀ ਹੈ। ਦੁੱਖ ਦੁੰਦ ਨਿਕੰਦਾ, ਜਿਹੜੀ ਭਾਈ ਸਾਰੇ ਤਰ੍ਹਾਂ ਦੇ ਜਿਹੜੇ ਦੁੱਖ ਨੇ, ਦ્વੈਤ ਹੈ, ਦਵੰਦ ਹੈ, ਝਗੜੇ ਹੈ, ਸਭ ਨੂੰ ਨਿਕੰਦਾ ਕੱਟਣ ਵਾਲੀ ਹੈ। ਜਹ ਕਹਿ ਪ੍ਰਗਟ ਵਿਸਾਲ ਪ੍ਰਸੰਗਾ। ਜਿੱਥੇ ਕਿਥੇ ਵੀ ਇਹ ਹੁਣ ਸਾਰੇ ਹੀ ਪ੍ਰਸੰਗ ਭਾਈ ਪ੍ਰਗਟ ਹੋਇਆ ਹੈ। ਤਨ ਕੋ ਤਜਹਿ ਸੁਛੰਦ ਉਮੰਗਾ। ਇਹ ਗੱਲ ਸਾਰੇ ਪ੍ਰਗਟ ਹੋਈ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਹੁਣ ਭਾਈ ਆਪਣੇ ਸਰੀਰ ਨੂੰ ਛੱਡ ਰਹੇ ਨੇ। ਸੋ ਛੰਦ ਆਪਣੀ ਸਵੈ ਇੱਛਾ, ਉਮੰਗਾ, ਉਤਸ਼ਾਹ, ਉਮੰਗ, ਖੁਸ਼ੀ ਦੇ ਨਾਲ ਚਾਹੋ ਦਿਸ ਮਾਗੇ ਆਵਹਿ ਸਮੁਦਾਇ। ਚਾਰੇ ਪਾਸਿਆਂ ਤੋਂ ਲੋਕੀ ਇਉਂ ਰਸਤਿਆਂ ਤੋਂ ਆ ਰਹੇ ਹਨ। ਪੁਰ ਪਰ ਵਸੈ ਗੁਰ ਦਰਸ਼ਨ ਪਾਏ। ਨਗਰ ਵਿੱਚ ਪ੍ਰਵੇਸ਼ ਹੁੰਦੇ ਨੇ, ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹਨ। ਪ੍ਰਾਤ ਕਾਲ ਕੋ ਲੱਗੇ ਉਹ ਦੀਵਾਨ। ਅੰਮ੍ਰਿਤ ਵੇਲੇ ਦੀਵਾਨ ਲੱਗ ਗਿਆ ਹੈ। ਬੜ ਸੰਗਤ ਹੋਈ ਇੱਕ ਥਾਨ। ਇੱਕ ਜਗ੍ਹਾ ਬਹੁਤ ਵੱਡੀ ਸੰਗਤ ਦੀਵਾਨ ਵਿੱਚ ਇਕੱਠੀ ਹੋਈ। ਤਬ ਸ੍ਰੀ ਸਤਿਗੁਰ ਅਮਰ ਉਚਾਰਾ। ਤਦ ਭਾਈ ਸ੍ਰੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਇਹ ਬਚਨ ਕਹੇ, ਰਾਮਦਾਸ ਹੈ ਰੂਪ ਹਮਾਰਾ। ਇਹ ਭਾਈ ਇਹ ਗੁਰੂ ਰਾਮਦਾਸ ਸਾਡਾ ਹੀ ਰੂਪ ਹਨ। ਮਮ ਸਮ ਇਨ ਕੋ ਪੂਜਨ ਕਰਨਾ। ਸਾਡੇ ਵਾਂਗੂ, ਮੇਰੇ ਵਾਂਗੂ ਹੀ ਮਹਾਰਾਜ ਕਹਿੰਦੇ ਭਾਈ ਇਹਨਾਂ ਦਾ ਤੁਸੀਂ ਪੂਜਨ ਕਰਨਾ ਹੈ। ਹਉ ਅਭੇਦ ਇਨ ਸੋ ਇੱਕ ਬਰਨਾ। ਅਸੀਂ ਇਹਨਾਂ ਨਾਲ ਇੱਕ ਵਰਨ, ਜਿਵੇਂ ਵਰਨ ਹੁੰਦਾ ਰੰਗ, ਇੱਕੋ ਤਰ੍ਹਾਂ ਦਾ ਰੰਗ ਹੋਵੇ, ਉਹਨੂੰ ਆਪਸ ਵਿੱਚ ਪਾ ਦਈਏ, ਮਿਲਾ ਦਈਏ, ਫਰਕ ਨਹੀਂ ਨਾ ਕੋਈ ਹੈ। ਮਹਾਰਾਜ ਜੀ ਕਹਿੰਦੇ ਅਸੀਂ ਭਾਈ ਇਹਨਾਂ ਦੇ ਵਿੱਚ ਭੇਦ ਹੋ ਗਏ ਆ, ਇੱਕ ਵਰਨ ਹੋ ਗਏ ਹਾਂ। ਮੈਂ ਹੋਵਹੁ ਆਵੇ ਅੰਤਰ ਧਿਆਨ। ਹੁਣ ਮੈਂ, ਮਹਾਰਾਜ ਕਹਿੰਦੇ ਭਾਈ ਅੰਤਰ ਧਿਆਨ ਹੋਣਾ ਹੈ। ਸ੍ਰੀ ਪ੍ਰਭ ਢਿਗ ਕਰਹੁ ਪ੍ਰਸਥਾਨ। ਸ੍ਰੀ ਪਰਮੇਸ਼ਰ ਅਕਾਲ ਪੁਰਖ ਦੇ ਕੋਲ ਅਸੀਂ ਭਾਈ ਪ੍ਰਸਥਾਨ ਕਰਨਾ, ਭਾਵ ਜਾਣਾ ਹੈ। ਚਿੰਤਾ ਸ਼ੋਕ ਮੂਲ ਨਹਿ ਕੀਜੈ। ਬਿਲਕੁਲ ਵੀ ਮਹਾਰਾਜ ਕਹਿੰਦੇ ਕੋਈ ਸੋਗ, ਕੋਈ ਚਿੰਤਾ ਨਹੀਂ ਕਰਨੀ ਹੈ। ਪ੍ਰਭ ਸਿਮਰਨ ਦਿਨ ਰੈਨ ਬਤੀਜੈ। ਪਰਮੇਸ਼ਰ ਦੇ ਸਿਮਰਨ ਵਿੱਚ ਹੀ ਦਿਨ ਰਾਤ ਬਤੀਤ ਕਰਨਾ। ਇਹ ਜਿਹੜਾ ਹੈ ਸਾਰਾ ਪ੍ਰਸੰਗ ਗੁਰਬਾਣੀ ਵਿੱਚ ਵੀ ਹੈ ਕਿ ਮਹਾਰਾਜ ਨੇ ਕੀ ਕਿਹਾ, ਭਾਈ ਤੁਸੀਂ ਕੀ ਕੀ ਕਰਿਓ। ਇੱਕ ਤਰ੍ਹਾਂ ਨਾਲ ਉਹ ਜਿਹੜਾ ਰਾਮਕਲੀ ਸੱਦ ਸ਼ਬਦ ਹੈ, ਬਾਬਾ ਸੁੰਦਰ ਜੀ ਦੀ ਰਚਨਾ ਹੈ। ਬਾਬਾ ਸੁੰਦਰ ਜੀ ਨੇ ਇਹ ਰਚਨਾ ਤੇ ਇਸ ਨੂੰ ਗੁਰਬਾਣੀ ਦਾ ਫਿਰ ਦਰਜਾ ਦੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਦਰਜ ਕੀਤਾ। ਭਾਵ ਇਹੀ ਹੈ ਕਿ ਹੈ ਉਹ ਗੁਰੂ ਅਮਰਦਾਸ ਮਹਾਰਾਜ ਦਾ ਹੀ ਉਪਦੇਸ਼, ਉਹਨੂੰ ਫਿਰ ਬਾਣੀ ਰੂਪ ਦੇ ਵਿੱਚ ਜਿਹੜਾ ਹੈ ਬਾਬਾ ਸੁੰਦਰ ਜੀ ਨੇ ਉਚਾਰਿਆ। ਕਿ ਆਹ ਉਪਦੇਸ਼ ਜਿਹੜਾ ਹੈ ਉਹ ਬਾਬਾ ਸੁੰਦਰ ਜੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਬਾਣੀ ਰੂਪ ਵਿੱਚ ਸੁਣਾਇਆ। ਤੇ ਉਹ ਰਾਮਕਲੀ ਰਾਗ ਦੇ ਵਿੱਚ ਸੱਦ ਬਾਣੀ ਦਾ ਨਾਮ ਹੈ। ਸੱਦ ਦਾ ਭਾਵ ਹੈ ਸੱਦਾ। ਤੇ ਜਦੋਂ ਕੋਈ ਮ੍ਰਿਤਕ ਪ੍ਰਾਣੀ ਦਾ ਭੋਗ ਪੈਂਦਾ ਹੈ
ਤੇ ਗੁਰਮੁਖੋ ਭੋਗ ਵਾਲੇ ਦਿਨ ਫਿਰ ਸਮਾਪਤੀ ਤੇ ਰਾਮਕਲੀ ਸੱਦ ਪੜਿਆ ਜਾਂਦਾ ਕਿ ਜਿੱਥੇ ਜਿਹਦੇ ਵਿੱਚ ਸਾਰਾ ਆਉਂਦਾ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ, ਸਭ ਦੱਸਿਆ ਮਹਾਰਾਜ ਨੇ ਕਿ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਹੁਣ ਉਹ ਜਿਹੜਾ ਸਾਰਾ ਸ਼ਬਦ ਹੈ, ਬਾਬਾ ਸੁੰਦਰ ਜੀ ਕੌਣ ਹੋਏ ਨੇ? ਬਾਬਾ ਆਨੰਦ ਜੀ ਦਾ ਤਾਂ ਤੁਸੀਂ ਇਤਿਹਾਸ ਸੁਣ ਲਿਆ ਕਿ ਗੁਰੂ ਅਮਰਦਾਸ ਮਹਾਰਾਜ ਦੇ ਜਿਹੜੇ ਪੋਤਰੇ ਨੇ ਉਹਨਾਂ ਦੇ ਅੱਗੇ ਪੁੱਤਰ ਹੋਏ ਨੇ ਬਾਬਾ ਸੁੰਦਰ ਜੀ, ਭਾਵ ਗੁਰੂ ਅਮਰਦਾਸ ਮਹਾਰਾਜ ਦੇ ਪੜਪੋਤੇ ਸਨ ਇਹ। ਤੇ ਉਹਨਾਂ ਦੇ ਨਾਮ ਤੇ ਫਿਰ ਗੁਰੂ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਾਣੀ ਦਰਜ ਕੀਤੀ ਹੈ। ਉਪਦੇਸ਼ ਉਹਦੇ ਵਿੱਚ ਗੁਰੂ ਅਮਰਦਾਸ ਜੀ ਦਾ ਹੈ ਤੇ ਉਹਨੂੰ ਬਾਣੀ ਰੂਪ ਦੇ ਵਿੱਚ ਮਹਾਰਾਜ ਨੂੰ ਗਾਇਨ ਕਰਕੇ ਸੁਣਾਇਆ ਬਾਬਾ ਸੁੰਦਰ ਜੀ ਨੇ। ਇਸ ਕਰਕੇ ਫਿਰ ਬਾਬਾ ਸੁੰਦਰ ਜੀ ਦੇ ਨਾਮ ਤੇ ਉਹ ਬਾਣੀ ਹੈ ਤੇ ਉਹਨੂੰ ਫਿਰ ਬਾਬਾ ਸੁੰਦਰ ਜੀ ਦੀ ਬਾਣੀ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੰਨਿਆ ਜਾਂਦਾ ਹੈ। ਗੁਰੂ ਪਾਤਸ਼ਾਹ ਮਹਾਰਾਜ ਨੇ ਜੋ ਕਿਹਾ, ਇੱਥੇ ਸੰਤ ਰੇਣ ਜੀ ਨੇ ਇੱਕ ਤਰ੍ਹਾਂ ਨਾਲ ਸਮਝੋ ਕਿ ਉਹਦੇ ਅਰਥ ਕਰਕੇ ਸੰਖੇਪ ਇਹ ਸੁਣਾਏ ਹਨ। ਇਹ ਕਿਹਾ ਵੀ ਸਿਮਰਨ ਦਿਨ ਰੈਨ, ਪ੍ਰਭ ਸਿਮਰਨ ਦਿਨ ਰੈਨ ਬਤੀਜੈ। ਪਰਮੇਸ਼ਰ ਦੇ ਸਿਮਰਨ ਵਿੱਚ ਹੀ ਦਿਨ ਰਾਤ ਬਤੀਤ ਕਰਨੀ ਹੈ। ਪੁਨ ਸ੍ਰੀ ਮੋਹਨ ਕੀ ਦਸਹੇਰਾ। ਫਿਰ ਆਪਣੇ ਵੱਡੇ ਪੁੱਤਰ ਬਾਬਾ ਮੋਹਨ ਜੀ ਦੇ ਵੱਲ ਵੇਖਿਆ, ਦੇਤ ਭਏ ਸਿੱਖਿਆ ਤੇ ਸਬੇਰਾ। ਉਹਨਾਂ ਨੂੰ ਉਸ ਸਮੇਂ ਗੁਰੂ ਸਾਹਿਬ ਸਿੱਖਿਆ ਦੇ ਰਹੇ ਨੇ, ਹੇ ਸੁਤ ਐਸੇ ਕਰਮ ਕਰੀਜੈ। ਕੀ ਡਿਊਟੀ ਲਾਈ? ਬਾਬਾ ਮੋਹਨ ਜੀ ਨੂੰ ਕਹਿੰਦੇ ਹਨ, ਹੇ ਪੁੱਤਰ ਤੂੰ ਭਾਈ ਇਹ ਕਰਮ ਕਰਨਾ ਹੈ, ਗੁਰਬਾਣੀ ਕੋ ਸੰਗ੍ਰਹਿ ਕੀਜੈ। ਕਿ ਸਾਰੀ ਜਿਹੜੀ ਗੁਰਬਾਣੀ ਹੈ, ਪੋਥੀਆਂ, ਉਹਨਾਂ ਨੂੰ ਤੂੰ ਸੰਭਾਲ ਕੇ ਰੱਖਣਾ, ਸੰਗ੍ਰਹਿ ਭਾਵ ਇਕੱਠਿਆਂ ਕਰਕੇ ਇਹ ਸੇਵਾ ਤੈਂ ਕਰਨੀ ਹੈ। ਗੁਰੂ ਨਾਨਕ ਕੀ ਬਾਣੀ ਜੋਈ। ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਹੈ ਪੋਥੀ, ਗੁਰ ਅੰਗਦ ਕੇ ਪ੍ਰਾਪਤ ਹੋਈ। ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਉਹ ਦੇਖੋ ਪ੍ਰਾਪਤ ਹੋਈ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀ ਬਾਣੀ। ਗੁਰਤਾ ਗੱਦੀ ਮੌਕੇ ਨਾਲ ਉਹ ਪੋਥੀ ਬਾਣੀ ਦੀ ਵੀ ਸੌਂਪੀ। ਫਿਰ ਗੁਰਮੁਖੋ ਗੁਰੂ ਪਾਤਸ਼ਾਹ ਮਹਾਰਾਜ ਗੁਰੂ ਅੰਗਦ ਦੇਵ ਮਹਾਰਾਜ ਨੇ ਸ਼ਲੋਕ ਉਚਾਰੇ ਹੈ, ਜਿਨ੍ਹਾਂ ਦੀ ਗਿਣਤੀ 63 ਦੱਸਦੇ। ਤੇ ਉਹ ਫਿਰ ਜਦੋਂ ਮਹਾਰਾਜ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਦਿੱਤੀ, ਉਦੋਂ ਨਾਲ ਉਹ ਸਾਰੀ ਪੋਥੀ ਅੱਗੇ ਸੌਂਪ ਦਿੱਤੀ। ਫਿਰ ਗੁਰੂ ਅਮਰਦਾਸ ਮਹਾਰਾਜ ਨੇ ਆਪ ਬਾਣੀ ਉਚਾਰਨ ਕੀਤੀ ਤੇ ਇਹ ਪੋਥੀ ਵੀ ਤੇ ਉਹ ਵੀ ਇਉਂ ਅੱਗੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸੌਂਪੀ। ਪਰ ਉਦੋਂ ਬਾਅਦ ਕਿਉਂਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਕਾਰਜ ਅਜੇ ਬਹੁਤ ਵੱਡੇ ਕਰਨੇ ਸਨ ਤੇ ਗੁਰਬਾਣੀ ਦੀ ਸੇਵਾ ਤੇ ਸੰਭਾਲ ਰਹੇ, ਉਹ ਫਿਰ ਡਿਊਟੀ ਬਾਬਾ ਮੋਹਨ ਜੀ ਦੀ ਲਾਈ। ਜਦੋਂ ਉੱਥੇ ਤੁਸੀਂ ਆਮ ਦੇ ਬਾਬਾ ਮੋਹਨ ਜੀ ਦੇ ਚੁਬਾਰੇ ਲਿਖਿਆ ਵੀ ਉੱਥੇ ਦਰਸ਼ਨ ਕਰੋ। ਚੁਬਾਰੇ ਜਿੱਥੇ ਬਾਬਾ ਜੀ ਪੋਥੀਆਂ ਦੀ ਸੇਵਾ ਕਰਦੇ, ਹਰ ਸਮੇਂ ਬੰਦਗੀ ਵਿੱਚ ਬਹਿ ਜਾਂਦੇ, ਉੱਥੇ ਪੋਥੀਆਂ ਬਿਰਾਜਮਾਨ ਕਰਕੇ ਆਪ ਹੇਠਾਂ ਬੈਠ ਕੇ ਸਮਾਧੀ ਵਿੱਚ ਲੀਨ ਹੋ ਜਾਂਦੇ ਸੀ ਬਾਬਾ ਮੋਹਨ ਜੀ ਦੇ। ਇਹ ਫਿਰ ਇਉਂ ਸਤਿਗੁਰੂ ਪਾਤਸ਼ਾਹ ਮਹਾਰਾਜ, ਇਹ ਗੁਰੂ ਰਾਮਦਾਸ ਮਹਾਰਾਜ ਨੇ ਵੀ ਦੇਖੋ ਜਿਹੜੀ ਬਾਣੀ ਉਚਾਰਨ ਕੀਤੀ, ਉਹ ਵੀ ਜਿਹੜੀ ਪੋਥੀ ਸੀ ਉਹ ਗੁਰਮੁਖੋ ਬਾਬਾ ਮੋਹਨ ਜੀ ਕੋਲੇ ਰਹੀ। ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਫੇਰ ਉੱਥੋਂ ਪੋਥੀਆਂ ਮੰਗਾਈਆਂ। ਜਦੋਂ ਗੁਰਤਾ ਗੱਦੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਮਿਲੀ ਹੈ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਉਹ ਨਾਲ ਇਹ ਹੁਕਮ ਕਰਤਾ ਵੀ ਸਾਡੀ ਬਾਣੀ ਦੀ ਜਿਹੜੀ ਪੋਥੀ ਹੈ ਉਹ ਬਾਬਾ ਮੋਹਨ ਜੀ ਦੇ ਕੋਲ ਹੈ, ਤੁਸੀਂ ਲੈ ਕੇ ਆਣੀ ਹੈ। ਕਿਉਂਕਿ ਉਹ ਨਾਲ ਸੌਂਪੀ ਤੇ ਪਰ ਡਿਊਟੀ ਬਾਬਾ ਮੋਹਨ ਜੀ ਦੀ ਸੀ ਉਸ ਸਮੇਂ ਤੱਕ ਸੰਭਾਲਣ ਦੀ। ਇਹ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕੀਤੇ ਸਨ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਲੈਣ ਆਉਣਗੇ ਤੇਰੇ ਕੋਲੋਂ, ਉਦੋਂ ਇਹ ਪੋਥੀਆਂ ਤੈਂ ਸੌਂਪਣੀਆਂ ਨੇ। ਇਸ ਕਰਕੇ ਗੁਰੂ ਰਾਮਦਾਸ ਮਹਾਰਾਜ ਨੇ 30 ਰਾਗਾਂ 'ਚ ਬਾਣੀ ਉਚਾਰ ਕੇ ਉਹ ਪੋਥੀ ਵੀ ਹੈ ਜਿਹੜੀ, ਕਿਉਂਕਿ ਐਸਾ ਮਹਾਰਾਜ ਜਾਣ ਗਏ ਸੀ
ਕਿ ਪ੍ਰਿਥੀ ਚੰਦ ਕਲੇਸ਼ ਕਰੇਗਾ, ਇਹ ਇੱਥੋਂ ਅੰਮ੍ਰਿਤਸਰ ਸਾਹਿਬ ਤੋਂ ਜਾਣਾ ਪੈਣਾ ਹੈ। ਤਾਂ ਕਰਕੇ ਫਿਰ ਉਹ ਬਾਣੀ ਦੀ ਪੋਥੀ ਪਹਿਲਾਂ ਹੀ ਸਤਿਕਾਰ ਨਾਲ ਗੋਇੰਦਵਾਲ ਸਾਹਿਬ ਪਹੁੰਚਦੀ ਕਰ ਦਿੱਤੀ। ਰਹੋ ਵਿਚਾਰ। ਗੁਰੂ ਸਾਹਿਬ ਨੇ ਇਹ ਬਚਨ ਕਹੇ ਬਾਬਾ ਮੋਹਨ ਜੀ ਨੂੰ ਕਿ हे ਪੁੱਤਰ ਜੀ, ਗੁਰੂ ਨਾਨਕ ਕੀ ਬਾਣੀ ਜੋਈ, ਜੋ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਬਾਣੀ ਹੈ, ਗੁਰ ਅੰਗਦ ਕੇ ਪ੍ਰਾਪਤ ਹੋਈ। ਇਹ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਪ੍ਰਾਪਤ ਹੋਈ। ਤਿਨ ਨੇ ਹਮ ਪਰ ਕਿਰਪਾ ਕੀਨੀ, ਉਹਨਾਂ ਨੇ ਫਿਰ ਸਾਡੇ ਉੱਤੇ ਕਿਰਪਾ ਕਰ ਦਿੱਤੀ। ਨਿਜ ਬਾਣੀ ਗੁਰ ਕੀ ਪੁਨ ਦੀਨੀ, ਗੁਰੂ ਅੰਗਦ ਦੇ ਪਾਤਸ਼ਾਹ ਨੇ ਇਹ ਪੁੱਤਰ ਆਪਣੀ ਬਾਣੀ ਤੇ ਗੁਰੂ ਨਾਨਕ ਦੇ ਪਾਤਸ਼ਾਹ ਦੀ ਬਾਣੀ ਉਹ ਅੱਗੇ ਸਾਨੂੰ ਸੌਂਪ ਦਿੱਤੀ। ਹਮ ਭੀ ਗਿਰਾ ਉਚਾਰੀ ਸੋਏ, ਫਿਰ ਅਸੀਂ ਵੀ ਪਰਮੇਸ਼ਰ ਦੀ ਸਿਫਤ ਵਿੱਚ ਬਾਣੀ ਉਚਾਰੀ। ਚਤਰਥ ਗੁਰ ਉਚ ਰਹਿਣਗੇ ਜੋਏ, ਅੱਗੇ ਇਹ ਚੌਥੇ ਗੁਰੂ ਰਾਮਦਾਸ ਮਹਾਰਾਜ ਵੀ ਜੋ ਬਾਣੀ ਉਚਾਰਨਗੇ। ਸਗਰੀ ਕਰ ਇਕੱਤਰ ਢਿਗ ਰਾਖੋ, ਇਹ ਸਾਰੀ ਬਾਣੀ ਇਕੱਤਰ ਕਰਕੇ ਭਾਈ ਬਾਬਾ ਮੋਹਨ ਤੂੰ ਆਪਣੇ ਕੋਲ ਰੱਖਣੀ ਹੈ। ਦੇਨ ਕਿਸੀ ਕੋ ਨਹਿ ਅਬਿਲਾਖੋ, ਕਿਸੇ ਨੂੰ ਵੀ ਹੋਰ ਇਹ ਬਾਣੀ ਦੇਣ ਦੀ ਸੌਂਪਣ ਦੀ ਇੱਛਾ ਨਹੀਂ ਕਰਨੀ। ਮਮ ਸਰੂਪ ਆਵੇ ਤੁਮ ਪਾਸ, ਫਿਰ ਇਹਨਾਂ ਤੋਂ ਬਾਅਦ ਜਿਹੜਾ ਮੇਰਾ ਸਰੂਪ ਹੈ, ਭਾਵ ਪੰਜਵੇਂ ਗੁਰੂ ਹੋਣਗੇ, ਉਹ ਤੇਰੇ ਕੋਲੇ ਆਉਣਗੇ। ਭਲੇ ਪੁਰਖ ਤਿਸ ਦੇਵ ਰਾਸ, ਐ ਭਲੇ ਪੁਰਖਾ ਉਸ ਨੂੰ ਭਾਈ ਇਹ ਜਿਹੜੀ ਮਹਾਨ ਪੂੰਜੀ ਹੈ ਤੂੰ ਸੌਂਪ ਦੇ ਵੀ। ਜਾਂ ਉਹ ਭਲੇ ਪੁਰਖ ਹੋਣਗੇ, ਤੁਸੀਂ ਉਹਨਾਂ ਨੂੰ ਇਹ ਬਾਣੀ ਰੂਪ ਪੂੰਜੀ ਸੌਂਪਣੀ ਹੈ। ਇਤਨਾ ਚਿਰ ਨਿਜ ਤਨ ਹੈ ਰਖੀਜੈ, ਜਿੰਨਾ ਸਮਾਂ ਤੁਸੀਂ ਬਾਣੀ ਨਹੀਂ ਨਾ ਸੌਂਪ ਦਿੰਦੇ ਉਹਨਾਂ ਨੂੰ, ਉਹਨਾਂ ਸਮਾਂ ਇਹ ਆਪਣਾ ਸਰੀਰ ਤੁਸੀਂ ਇਸੇ ਤਰ੍ਹਾਂ ਰੱਖਣਾ ਹੈ। ਪੁਨ ਹਮਰੇ ਢਿਗ ਆਗਮ ਕੀਜੈ, ਫੇਰ हे ਪੁੱਤਰ ਮੋਹਨ ਸਾਡੇ ਕੋਲ ਆਉਣਾ ਕਰੀ। ਸਤ ਬਚਨ ਕਹਿ ਪਗ ਸਿਰ ਨਾਇਓ, ਬਾਬਾ ਮੋਹਨ ਜੀ ਨੇ 7 ਬਚਨ ਕਹਿ ਕੇ ਗੁਰੂ ਅਮਰਦਾਸ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਹੈ। ਬਹੁ ਪ੍ਰਸੰਨ ਗੁਰ ਸੁਤ ਪਰ ਥਾਇਓ, ਗੁਰੂ ਅਮਰਦਾਸ ਜੀ ਪੁੱਤਰ ਉੱਤੇ ਬਹੁਤ ਪ੍ਰਸੰਨ ਹੋਏ ਹਨ। ਪੁਨ ਸ੍ਰੀ ਮੋਹਰੀ ਕੀ ਦਸਹੇਰਾ, ਫਿਰ ਭਾਈ ਬਾਬਾ ਮੋਹਰੀ ਜੀ ਦੇ ਵੱਲ ਵੇਖਿਆ ਹੈ। ਅਸ ਆਇਸ ਦੀਨਸ ਤਿਸ ਬੇਰਾ, ਤੇ ਉਹਨਾਂ ਨੂੰ ਉਸ ਸਮੇਂ ਇਉਂ ਆਗਿਆ ਦਿੱਤੀ ਹੈ। ਹੇ ਸੁਤ ਅਬ ਤਿਆਰੀ ਕਰ ਬਾਵੋ, ਤੇ ਹੇ ਪੁੱਤਰ ਹੁਣ ਤੁਸੀਂ ਭਾਈ ਸਾਰੀ ਤਿਆਰੀ ਕਰਵਾਓ। ਚੱਲਨ ਸਮਾਂ ਅਬ ਨਿਕਟ ਲਖਾਵੋ, ਹੁਣ ਸਾਡੇ ਜਾਣ ਦਾ ਸਮਾਂ ਜਾਣ ਲੋ ਕਿ ਨੇੜੇ ਹੈ। ਸੋਨਤ ਮੋਹਰੀ ਸਹਿਤ ਭਰਾਤ, ਬਾਬਾ ਮੋਹਰੀ ਜੀ ਸੁਣ ਕੇ ਫਿਰ ਆਪਣੇ ਭਰਾ ਬਾਬਾ ਮੋਹਨ ਜੀ ਦੇ ਸਮੇਤ ਰਾਮਦਾਸ ਭੀ ਇਨ ਸੰਗਾਤ, ਗੁਰੂ ਰਾਮਦਾਸ ਮਹਾਰਾਜ ਵੀ ਇਹਨਾਂ ਦੇ ਨਾਲ ਹਨ। ਬਿਨੈ ਕਰੀ ਹੇ ਪ੍ਰਭੂ ਦਿਆਲ, ਇਹਨਾਂ ਬੇਨਤੀ ਕੀਤੀ ਹੈ ਪਰਮੇਸ਼ਰ ਦਿਆਲੂ ਗੁਰੂ ਅਮਰਦਾਸ ਜੀ, ਸੰਸਕਾਰ ਕਰ ਹੈ ਕਿਸ ਢਾਲ, ਜਿਹੜਾ ਅੰਤਮ ਸੰਸਕਾਰ ਹੈ ਉਹ ਕਿਸ ਤਰੀਕੇ ਨਾਲ ਕਰਨਾ ਹੈ। ਨਿਜ ਕੁਲ ਰੀਤ ਕੇ ਗੁਰ ਕੀ ਚਾਲ, ਇਹ ਨਿਜ ਕੁਲ ਦੀਆਂ ਰੀਤਾਂ ਜਿਵੇਂ ਪਿਛਲੇ ਆਪਣੀ ਕੁਲਾਂ ਕਰਦੀਆਂ ਆਈਆਂ ਉਵੇਂ ਹੀ ਕਰਨਾ ਹੈ ਕਿ ਜਾਂ ਹੁਣ ਗੁਰੂ ਕੀ ਮਰਜ਼ਾਦਾ ਮੁਤਾਬਕ ਕਰਨਾ ਹੈ। ਦੇਹੋ ਆਗਿਆ ਤਸ ਕਰ ਹੈ ਦਿਆਲ, ਹੇ ਦਿਆਲੂ ਸਤਿਗੁਰੂ ਜੀ ਆਗਿਆ ਦੇਵੋ, ਅਸੀਂ ਉਸੇ ਤਰ੍ਹਾਂ ਜਿਹੜਾ ਹੈ ਤੁਹਾਡੇ ਸਰੀਰ ਦਾ ਅੰਤਮ ਕਿਰਿਆ ਉਹ ਮਹਾਰਾਜ ਕਰਾਂਗੇ। ਸੁਨ ਸ੍ਰੀ ਅਮਰ ਤਬੈ ਹਰ ਖਾਨੇ, ਤਾਂ ਸੁਣ ਕੇ ਉਸ ਸਮੇਂ ਗੁਰੂ ਅਮਰਦਾਸ ਮਹਾਰਾਜ ਖੁਸ਼ ਹੁੰਦਿਆਂ ਕਿਹਾ,
ਮੁਖ ਪ੍ਰਸੰਨ ਅਸ ਬਚਨ ਬਖਾਨੇ। ਮੁਖੋਂ ਪ੍ਰਸੰਨ ਹੋ ਕੇ ਇਸ ਤਰ੍ਹਾਂ ਮਹਾਰਾਜ ਨੇ ਬਚਨ ਕਹੇ, ਕਰੋ ਸੋ ਸਤ ਗੁਰ ਕੀ ਜਸ ਚਾਲ। ਭਾਈ ਇਹ ਸਾਰੀ ਮਰਜ਼ਾਦਾ ਉਸ ਤਰ੍ਹਾਂ ਕਰਨੀ ਹੈ ਜਿਵੇਂ ਗੁਰੂ ਕੀ ਚਾਲ ਹੈ, ਭਾਵ ਜਿਸ ਤਰ੍ਹਾਂ ਗੁਰੂ ਨਾਨਕ ਦੇ ਪਾਤਸ਼ਾਹ ਤੋਂ ਜੋ ਮਰਜ਼ਾਦਾ ਚੱਲੀ ਹੈ। ਹਮਾਰੀ ਕੁੱਲ ਅਬ ਸਤ ਗੁਰ ਨਾਲ। ਕਿਉਂਕਿ ਹੁਣ ਜਿਹੜੀ ਸਾਡੀ ਕੁੱਲ ਹੈ ਉਹ ਹੈ ਗੁਰੂ ਦੇ ਨਾਲ। ਹੁਣ ਇਹ ਗੁਰੂ ਕੁੱਲ ਬਣ ਗਈ। ਹਮ ਪਾਛੈ ਨਹਿ ਰੋਦਨ ਕਰੀਜੈ। ਦੱਸਿਆ ਭਾਈ ਸੱਟ ਤੋਂ ਬਾਅਦ ਕਿਸੇ ਨੇ ਵੀ ਰੋਣਾ ਨਹੀਂ ਹੈ। ਪੁਰਾਣੇ ਸਮੇਂ ਵਿੱਚ ਇੱਕ ਮਨੌਤ ਸੀ, ਇਹੋ ਜਿਹੀਆਂ ਗੱਲਾਂ ਹੋਈਆਂ ਸੀ, ਜੇ ਕਿਸੇ ਪ੍ਰਾਣੀ ਨੂੰ ਅਖੇ ਰੋਈਏ ਨਾ ਉਹਦੀ ਮੁਕਤੀ ਨਹੀਂ ਹੁੰਦੀ। ਤੇ ਉਹ ਫਿਰ ਰੀਤਾਂ ਉਦੋਂ ਦੀਆਂ ਚੱਲੀਆਂ ਆਉਂਦੀਆਂ ਨੇ, ਭਾਵੇਂ ਹੁਣ ਉਹ ਖਿਆਲ ਨਾ ਵੀ ਹੋਣ ਤਾਂ ਵੀ ਉਹ ਰੋਣਾ ਇੱਕ ਰੀਤੀ ਬਣਾ ਲਈ, ਇੱਕ ਰਸਮ ਰਿਵਾਜ ਬਣ ਗਿਆ। ਭਾਵੇਂ ਉਹਦੇ ਵਿੱਚ ਇੱਕ ਤਾਂ ਹੁੰਦਾ ਬਰਾਗ ਦਾ ਰੋਣਾ, ਬਰਾਗ ਆ ਜਾਂਦਾ ਕੁਦਰਤੀ ਹੈ, ਚਾਹੇ ਉਹ ਇੱਕ ਹੁੰਦਾ ਜਿਵੇਂ ਉਹ ਪ੍ਰੋਫੈਸ਼ਨਲ ਨਹੀਂ ਹੁੰਦਾ ਵੀ ਇੱਕ ਤਰ੍ਹਾਂ ਨਾਲ ਵੀ ਡਿਊਟੀ ਨਿਭਾਉਣੀ ਹੈ ਉਨੀ, ਚਾਹੇ ਉਹ ਬਰਾਗ ਹੈ ਚਾਹੇ ਨਹੀਂ ਹੈ। ਉਹ ਫਿਰ ਉਦੋਂ ਤੋਂ ਹੀ ਚੱਲਿਆ ਆਉਂਦਾ ਹੈ ਕਿ ਨਾ ਰੋ ਕੇ ਮੁਕਤੀ ਨਹੀਂ ਹੁੰਦੀ। ਗੁਰੂ ਸਾਹਿਬ ਨੇ ਬਚਨ ਕਹੇ ਆ, ਇਹ ਰੋਣਾ ਭਾਵ ਵੀ ਤਾਹਾਂ ਮਾਰਨੀਆਂ। ਉਹਨਾਂ ਪੁਰਾਣੇ ਸਮਿਆਂ ਵਿੱਚ ਤਾਂ ਪਿੱਟਣ ਦਾ ਵੀ ਰੀਤੀ ਹੁੰਦੀ ਸੀ, ਕਿੰਨੇ ਵਾਰ ਪੱਟਾਂ ਤੇ ਹੱਥ, ਕਿੰਨੇ ਵਾਰ ਗੱਲਾਂ ਤੇ, ਕਿੰਨੇ ਵਾਰ ਛਾਤੀ ਪਿੱਟਣੀ ਹੈ, ਇਹਦੀਆਂ ਗਿਣਤੀਆਂ ਹੁੰਦੀਆਂ ਸੀ। ਉਹ ਫਿਰ ਸਾਰੀਆਂ ਇਹੋ ਜਿਹਾ ਕੁਛ ਪਹਿਲਾਂ ਜ਼ਿਆਦਾ ਰਿਹਾ, ਹੌਲੀ ਹੌਲੀ ਹੁਣ ਦੁਨੀਆ ਨੂੰ ਲਿਆਉਣਾ ਸਮਝ ਆਉਂਦੀ ਜਾਂਦੀ ਹੈ। ਇੱਕ ਹੁੰਦਾ ਹੈ ਜਿਵੇਂ ਕੋਈ ਆਪਾਂ ਦੇਖਦੇ ਹਾਂ ਪ੍ਰਾਗ ਵਿੱਚ ਗੱਲ ਕਰਦੇ ਕਰਦੇ ਕੋਈ ਅੱਖਾਂ 'ਚੋਂ ਪਾਣੀ ਆ ਗਿਆ, ਉਹ ਹੁੰਦੀ ਹੈ ਹੋਰ, ਉਹ ਬਰਾਗ ਦੀ ਭਾਵਨਾ ਹੁੰਦੀ ਹੈ। ਇੱਕ ਜਿਹੜਾ ਗਿਣਤੀ 'ਚ ਨਹੀਂ ਹੁੰਦਾ ਵੀ ਉਹ ਜਿਉਂ ਲੱਗਦੇ ਆ ਨਾਲ ਦੀ ਨਾਲ ਉਹ ਦੱਸਣਾ, ਤੂੰ ਤਾਂ ਐਂ ਕਰਦਾ ਹੁੰਦਾ ਸੀ, ਤੈਂ ਤਾਂ ਕਦੇ ਮੈਲਾ ਲੀੜਾ ਨਹੀਂ ਸੀ ਪਾਇਆ, ਤੇ ਉਹ ਫਿਰ ਦੁਨੀਆ ਨੂੰ ਸੁਣਾਉਣਾ ਹੁੰਦਾ, ਚਾਹੇ ਉਹਦਾ ਵਿਚਾਰੇ ਦਾ ਹਾਲ ਬੁਰਾ ਹੀ ਹੋਵੇ, ਉਹ ਦੱਸਣਾ ਦੁਨੀਆ ਨੂੰ ਅਸੀਂ ਨਹੀਂ ਸੀ ਇਹਦੇ ਕਦੇ ਮੈਲਾ ਪਾਇਆ, ਭਾਵੇਂ ਧੋਂਦੇ ਨਾ ਹੋਣ, ਤੂੰ ਤਾਂ ਕਦੇ ਮਾੜੀ ਰੋਟੀ ਨਹੀਂ ਸੀ ਖਾਧੀ, ਤੂੰ ਤਾਂ ਕਦੇ ਆਹ ਨਹੀਂ ਸੀ ਕੀਤਾ, ਇਹੋ ਜਿਹਾ ਕੁਛ। ਉਹ ਚੀਜ਼ ਹੋਰ ਹੈ, ਉਹ ਹੈਗਾ ਇੱਕ ਤਰ੍ਹਾਂ ਨਾਲ ਪ੍ਰੋਫੈਸ਼ਨਲ ਰੋਣਾ, ਇੱਕ ਤਰ੍ਹਾਂ ਨਾਲ ਇੱਕ ਜਿਵੇਂ ਆਪਾਂ ਕਹਿੰਦੇ ਵੀ ਜਿਵੇਂ ਫਿਲਮ ਦੇ ਵਿੱਚ ਨਹੀਂ ਨਾਟਕ ਕਰਦੇ, ਉਹ ਦੇਖੋ ਕੋਈ ਵੀ ਨਾਟਕ ਦੇ ਵਿੱਚ ਕੋਈ ਪਾਤਰ ਹੁੰਦਾ, ਜੇ ਰੋਣ ਵਾਲਾ ਤਾਂ ਉਹਨੂੰ ਰੋਣਾ ਪੈਂਦਾ, ਹੱਸਣ ਵਾਲਾ ਤਾਂ ਉਹਨੂੰ ਹੱਸਣਾ ਪੈਂਦਾ। ਹੁਣ ਉਹ ਅੰਦਰੋਂ ਨਹੀਂ ਰੋ ਰਿਹਾ ਹੱਸ ਰਿਹਾ ਹੁੰਦਾ, ਇੱਕ ਉਹ ਨਾਟਕ ਦੇ ਵਿੱਚ ਆਪਦੀ ਅਦਾਕਾਰੀ ਕਰ ਰਿਹਾ ਹੁੰਦਾ। ਇਸੇ ਤਰ੍ਹਾਂ ਭਾਈ ਬਹੁਤੀ ਦੁਨੀਆ ਅਦਾਕਾਰੀ ਕਰਦੀ ਹੈ। ਤੇ ਜਿਹੜਾ ਬਰਾਗ ਵਾਲੀ ਗੱਲ ਹੈ ਉਹ ਹੁੰਦੀ ਹੈ ਕੁਦਰਤੀ ਹੈ, ਗੱਲ ਕਰਦੇ ਆ ਬਰਾਗ ਆ ਗਿਆ, ਅੱਖਾਂ 'ਚੋਂ ਪਾਣੀ ਆ ਜਾਂਦਾ, ਕਈ ਵਾਰ ਮੌਤ ਹੀ ਇਹੋ ਜਿਹੀ ਹੁੰਦੀ ਹੈ, ਉਦੋਂ ਦੁਨੀਆ ਮੱਲੋ ਮੱਲੀ ਜਿਹੜਾ ਰੋਣਾ ਆ ਜਾਂਦਾ, ਉਹ ਚੀਜ਼ ਵੱਖਰਾ ਹੈ, ਭਾਵ ਸਮਝਣਾ ਹੈ। ਇੱਥੇ ਗੁਰੂ ਸਾਹਿਬ ਨੇ ਜਿਹੜੀ ਗੱਲ ਕਹੀ ਹੈ, ਜੋ ਗੁਰਬਾਣੀ ਵਿੱਚ ਵੀ ਆਉਂਦਾ ਨਾ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ, ਉਹਦਾ ਭਾਵ ਹੈ ਵੀ ਆ ਜਿਹੜਾ ਅਦਾਕਾਰੀ ਰੋਣਾ ਨਾ, ਇਹ ਨਹੀਂ ਕੋਈ ਸਾਨੂੰ ਚੰਗਾ ਲੱਗਦਾ ਹੈ। ਗੁਰੂ ਪਾਤਸ਼ਾਹ ਮਹਾਰਾਜ ਨੇ ਇਹ ਬਚਨ ਕਹੇ ਹਨ ਕਿ ਹਮ ਪਾਛੈ ਨਹਿ ਰੋਦਨ ਕਰੀਜੈ। ਸਤ ਤੋਂ ਬਾਅਦ ਰੋਦਨ ਨਹੀਂ ਕਰਨਾ ਹੈ। ਕੀਰਤਨ ਦੋਨੋਂ ਵਖਤ ਸੁਨੀਜੈ। ਦੋਨੇ ਟਾਈਮ ਭਾਈ ਕੀਰਤਨ ਸੁਣਨਾ ਹੈ। ਗਰੁੜ ਥਾਨ ਗੁਰ ਗਿਰਾ ਪੜ੍ਹੀਜੈ। ਗਰੁੜ ਪੁਰਾਣ ਦੀ ਜਗ੍ਹਾ ਤੇ ਭਾਈ ਤੁਸੀਂ ਗੁਰੂ ਦੀ ਬਾਣੀ ਹੀ ਪੜ੍ਹਨੀ ਹੈ। ਕੇਸ਼ਵ ਸ੍ਰੀ ਗੋਪਾਲ ਸਿਮਰੀਜੈ। ਕੋਈ ਹੋਰ ਕੇਸ਼ਵ ਨਹੀਂ ਕੋਈ ਹੈ, ਕੋਈ ਭਾਵ ਕੇਸ਼ਵ ਕੋਈ ਪੰਡ ਨਹੀਂ, ਭਾਵ ਕੀ ਹੈ? ਕੇਸ਼ਵ ਕੌਣ ਹੈ? ਜੋ ਕੇਸਾਂ ਵਾਲਾ ਵਾਹਿਗੁਰੂ ਪ੍ਰਮਾਤਮਾ ਸ੍ਰੀ ਗੋਪਾਲ ਸੁਭਾਏਮਾਨ ਸਭ ਦੀ ਪਾਲਣਾ ਕਰਨ ਵਾਲਾ, ਪ੍ਰਿਥਵੀ ਨੂੰ ਪਾਲਣ ਵਾਲਾ ਪਰਮੇਸ਼ਰ, ਉਸ ਨੂੰ ਹੀ ਸਿਮਰਨਾ ਹੈ। ਬ੍ਰਿਧ ਮ੍ਰਿਤ ਜੋ ਬੇਹਬਾਨ ਬਣਾਵੇ। ਫਿਰ ਭਾਈ ਜਿਹੜਾ ਕੋਈ ਬਜ਼ੁਰਗ ਮੌਤ ਹੋ ਜਾਂਦੀ ਹੈ, ਜਿਹੜਾ ਬਵਾਨ ਬਣਾਉਂਦੇ ਹਨ, ਸੋ ਹਮ ਕੋ ਮੂਲੋ ਨਹਿ ਭਾਵੈ। ਉਹ ਭਾਈ ਸਾਨੂੰ ਬਿਲਕੁਲ ਚੰਗਾ ਨਹੀਂ ਲੱਗਦਾ। ਬਨਵਾਬੋ ਬੇਹਬਾਨ ਬਹੁ ਸਾਦਾ। ਬਹੁਤ ਹੀ ਸਾਦਾ ਜਿਹੜਾ ਬਵਾਨ ਹੈ ਉਹ ਬਣਾਉਣਾ ਹੈ।
ਸ਼ਬਦ ਸਮਤ ਕਰਹੁ ਮਰਿਆਦਾ। ਸ਼ਬਦ ਸਮਤ, ਸ਼ਬਦ ਦੇ ਸਮੇਤ ਸਾਰੀ ਮਰਿਆਦਾ ਨਿਭਾਉਣੀ ਹੈ ਗੁਰਬਾਣੀ ਦੇ ਮੁਤਾਬਕ। ਪਿੰਡ ਸਥਲ ਪੰਚਾਮ੍ਰਿਤ ਕਰੋ, ਫਿਰ ਕੋਈ ਪਿੰਡ ਨਹੀਂ ਭਰਨੇ, ਕੇਵਲ ਭਾਈ ਸਾਰੇ ਉਸ ਸਥਾਨ ਤੇ ਕੜਾਹ ਪ੍ਰਸ਼ਾਦ ਹੈ। ਪਿੰਡ ਭਾਵ ਹੁੰਦਾ ਸੀ, ਜਿਵੇਂ ਆਉਂਦਾ ਨਾ ਬਾਣੀ ਵਿੱਚ, ਪਿੰਡ ਪੱਤਲ ਜਿਹੜਾ ਹੈ ਮੇਰੀ ਕੇਸੋ ਕਿਰਿਆ। ਇਹ ਗੁਰੂ ਸਾਹਿਬ ਨੇ ਬਚਨ ਕਹੇ, ਮਤ ਮੈਂ ਪਿੱਛੇ ਕੋਈ ਰੋਗ ਸੀ, ਫਿਰ ਕਿਹਾ ਵੀ ਕੇਸੋ ਗੋਪਾਲ ਪੰਡਿਤ ਸਦਿਓ, ਹਰ ਹਰ ਕਥਾ ਪੜ੍ਹੈ ਪੁਰਾਣ ਜੀ, ਔਰ ਕਥਾ ਪੜ੍ਹੀਏ ਹਰ ਨਾਮ ਸੁਣੀਏ, ਬੇਬਾਣ ਹਰ ਰੰਗ ਗੁਰ ਭਾਵੇ, ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ। ਉਹ ਪਿੰਡ ਹੁੰਦਾ ਸੀ, ਪਿੰਨੇ ਜੇ ਵੱਟ ਕੇ ਪਹਿਲੇ ਸਮੇਂ 'ਚ ਫੜਾਉਂਦੇ ਸੀ ਕਿ ਰਾਹ 'ਚ ਇਹਨੂੰ ਭੁੱਖ ਲੱਗੂਗੀ, ਖਾ ਲੂਗਾ। ਉਹਦਾ ਹੁਣ ਖਾਣ ਵਾਲਾ ਤਾਂ ਸਰੀਰ ਇੱਥੇ ਰਹਿ ਜਾਂਦਾ ਨਾ, ਇਸ ਕਰਕੇ ਉਹ ਫਿਰ ਮਹਾਰਾਜ ਨੇ ਕਿਹਾ ਵੀ ਐਸਾ ਨਹੀਂ, ਦੀਵਾ ਜਗਾਉਂਦੇ ਸੀ ਵੀ ਹਨੇਰਾ ਹੋਊ ਕਿਵੇਂ ਲੰਘੂ। ਮਹਾਰਾਜ ਕਹਿੰਦੇ ਭਾਈ ਉਹ ਜਿਹੜਾ ਹਨੇਰਾ ਹੈ ਨਾ, ਉੱਥੇ ਗੁਰਬਾਣੀ ਰੂਪੀ ਪ੍ਰਕਾਸ਼ ਚਾਹੀਦਾ ਹੈ। ਇਹ ਦੀਵਾ ਤਾਂ ਸੰਸਾਰ 'ਚ ਚਾਨਣ ਕਰੂਗਾ, ਇਹ ਸਰੀਰ ਦੇ ਚਾਨਣ ਲਈ ਤਾਂ ਲਾਭਦਾਇਕ ਹੈ। ਆਤਮਿਕ ਜੀਵਨ ਦੇ ਵਿੱਚ ਗੁਰਬਾਣੀ ਦਾ ਹੀ, ਸ਼ਬਦ ਦਾ ਹੀ ਜਿਹੜਾ ਪਿੰਡ ਚਾਹੀਦਾ, ਪਿੰਨਾ ਚਾਹੀਦਾ ਛਕਣ ਵਾਸਤੇ, ਤੇ ਗੁਰਬਾਣੀ ਰੂਪੀ ਪ੍ਰਕਾਸ਼ ਚਾਹੀਦਾ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਪਿੰਡ ਸਥਲ ਪੰਚਾਮ੍ਰਿਤ ਕਰੋ। ਇਉਂ ਭਾਈ ਪਿੰਡ ਦੀ ਜਗ੍ਹਾ ਪਿੰਡ ਨਹੀਂ ਭਰਨੇ ਹੈ, ਉਹ ਪਿੰਨੇ ਜੇ ਨਹੀਂ ਵੱਟ ਕੇ ਫੜਾਉਣੇ, ਕੜਾਹ ਪ੍ਰਸ਼ਾਦ ਕਰਨਾ ਹੈ। ਸੰਗਤ ਮਹਿ ਬਟਾਏ ਹਿਤ ਧਰੋ, ਤੇ ਸੰਗਤ ਦੇ ਵਿੱਚ ਇਉਂ ਭਾਈ ਵਰਤਾਉਣ ਦੇ ਵਾਸਤੇ ਲਿਆ ਕੇ ਰੱਖਣਾ ਹੈ। ਪੱਤਲ ਯੱਗ ਸੋ ਅਧਿਕ ਕਰਾਵਹੁ, ਜਿਹੜਾ ਪੱਤਲਾਂ ਭਰਨੀ ਹੈ ਉਹ ਨਹੀਂ ਹੈ ਕਰਨਾ। ਪੱਤਲਾਂ ਹੁੰਦੇ ਪੱਤਿਆਂ ਦੇ ਉੱਤੇ ਪਾ ਕੇ ਸਪੈਸ਼ਲ ਉਸ ਹਿਸਾਬ ਨਾਲ ਬ੍ਰਾਹਮਣ ਸੱਦ ਕੇ ਪਹਿਲਾਂ ਉਹਨਾਂ ਨੂੰ ਖਵਾਇਆ ਜਾਂਦਾ ਸੀ। ਮਹਾਰਾਜ ਕਹਿੰਦੇ ਭਾਈ ਤੁਸੀਂ ਇਹ ਪੱਤਲ ਜਾਂ ਜੱਗ ਇਤਿਆਦਿਕ ਜਿਹੜਾ ਹੈ ਉਹ ਇਸ ਤਰ੍ਹਾਂ ਕੀ ਹੈ, ਅਧਿਕ ਬਹੁਤਾ ਕਰਾਉਣਾ, ਭਾਵ ਲੰਗਰ ਲਾਉਣਾ ਹੈ। ਸਿੱਖ ਅਭਿਆਗਤ ਅਸਨ ਅਚਾਵਹੁ, ਜਿਹੜੇ ਸਿੱਖ ਨੇ ਅਭਿਆਗਤ ਹੈ, ਆਏ ਹੋਏ ਜਿੰਨੇ, ਸਭ ਨੂੰ ਹੀ ਛਕਾਉਣਾ ਹੈ। ਦੀਪਕ ਬਾਰ ਨ ਤਲੀ ਧਰੀ ਜੈ, ਦੀਵਾ ਬਾਲ ਕੇ ਤਲੀ ਦੇ ਉੱਤੇ ਹੱਥ ਤੇ ਨਹੀਂ ਰੱਖਣਾ। ਸਿਮਰਨ ਵਾਹਿਗੁਰੂ ਕਾ ਕੀਜੈ, ਕੇਵਲ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਹੈ, ਕਿਉਂਕਿ ਇਹੀ ਪ੍ਰਕਾਸ਼ ਹੈ। ਫੁੱਲ ਅਸਤ ਇਸ ਸਰ ਮਹਿ ਪਾਵਹੁ, ਜਿਹੜੀਆਂ ਭਾਈ ਸਾਡੇ ਫੁੱਲ ਅਸਤੀਆਂ ਹਨ ਉਹ ਇਸੇ ਸਰ ਦੇ ਵਿੱਚ ਪਾ ਦੇਣੀਆਂ, ਜਿਹੜਾ ਉੱਥੋਂ ਦੀ ਬਿਆਸਾ ਦਰਿਆ ਜਾਂਦਾ ਹੈ। ਪੁਰ ਮੈਂ ਨਾਹੀ ਸਮਾਧ ਬਨਾਵਹੁ, ਕੋਈ ਨਗਰ ਵਿੱਚ ਸਾਡੀ ਕੋਈ ਮਟੀ ਨਹੀਂ ਬਣਾਉਣੀ ਹੈ, ਸਮਾਧੀ ਨਹੀਂ ਬਣਾਉਣੀ ਹੈ। ਅਸ ਵਿਦ ਕਿਰਿਆ ਕਰੋ ਹਮਾਰੀ, ਇਸ ਤਰ੍ਹਾਂ ਭਾਈ ਸਾਡੀ ਕਿਰਿਆ ਕਰਨੀ ਹੈ। ਬੰਸ ਬਧੈ ਜਗ ਮਹਿ ਭਵ ਭਾਰੀ, ਮਹਾਰਾਜ ਕਹਿੰਦੇ ਪੁੱਤਰੋ ਇਉਂ ਭਾਈ ਤੁਹਾਡਾ ਜਿਹੜਾ ਬੰਸ ਹੈ ਉਹ ਜਗਤ ਵਿੱਚ ਬਹੁਤ ਇਹ ਧਰਤੀ ਤੇ ਵਧੇਗਾ। ਜੋ ਸਿੱਖ ਅਸ ਵਿਦ ਕਿਰਿਆ ਕਰਾਵੇ, ਜਿਹੜਾ ਕੋਈ ਸਿੱਖ ਇਸ ਤਰ੍ਹਾਂ ਮਰਜ਼ਾਦਾ ਨਾਲ ਭਾਈ ਕੋਈ ਮ੍ਰਿਤਕ ਪ੍ਰਾਣੀ ਦੀ ਕਿਰਿਆ ਕਰਾਵੇਗਾ, ਸੋ ਸਿੱਖ ਹਮਰੋ ਮਨ ਕੋ ਭਾਵੇ, ਉਹ ਫਿਰ ਸਿੱਖ ਭਾਈ ਸਾਡੇ ਮਨ ਨੂੰ ਮਹਾਰਾਜ ਕਹਿੰਦੇ ਭਾਵੇਗਾ। ਕਹਿਓ ਸਿੱਖਨ ਹੈ ਗੁਰੂ ਕਿਰਪਾਲ, ਸਿੱਖ ਕਹਿਣ ਲੱਗੇ ਹੈ ਕਿਰਪਾਲੂ ਸਤਿਗੁਰੂ ਜੀ, ਹਮ ਸਨ ਬੰਧਨ ਫੂਲ ਵਿਸਾਲ, ਵੀ ਅਸੀਂ ਤਾਂ ਜਿਹੜਾ ਹੈ ਆਪਣੇ ਸੰਬੰਧੀਆਂ ਦੇ ਸਾਰੇ ਜਿੰਨੇ ਫੁੱਲ ਹਨ, ਨਦੀ ਭਗੀਰਥ ਮਹਿ ਪਹੁੰਚਾਵੇ, ਜਿਹੜੀ ਭਗੀਰਥ ਦੀ ਨਦੀ ਹੈ ਭਾਵ ਗੰਗਾ ਨਦੀ, ਉਹਦੇ ਵਿੱਚ ਹੀ ਮਹਾਰਾਜ ਪਾ ਕੇ ਆਉਂਦੇ ਆ ਹਰਿਦੁਆਰ। ਰਾਵਰ ਅਸ ਮਰਿਆਦ ਸੁਣਾਵੇ, ਤੇ ਤੁਸੀਂ ਹੁਣ ਮਹਾਰਾਜ ਜੀ ਇਹ ਮਰਿਆਦਾ ਸਾਨੂੰ ਕਹਿ ਰਹੇ ਹੋ, ਦੱਸ ਰਹੇ ਹੋ। ਕਹਿ ਗੁਰ ਹਰ ਇੱਕ ਸਰ ਪਰਵਾਵਹੁ, ਗੁਰੂ ਮਹਾਰਾਜ ਕਹਿੰਦੇ ਭਾਈ ਹਰ ਇੱਕ ਜਿੰਨਾ ਵੀ ਹੈ ਇਹ ਜਾਣੋ, ਜਾਂ ਹਰ ਇੱਕ ਹਰੀ ਹੀ ਇੱਕ ਵੱਡਾ ਸਰ ਹੈ, ਉਹਦੇ ਵਿੱਚ ਪ੍ਰਵਾਹ ਕਰਨਾ ਹੈ। ਦੂਜਾ ਭਾਵ ਹੈ ਕਹਿ ਗੁਰ ਹਰ ਇੱਕ ਸਰ ਪ੍ਰਵਾਹੋ, ਮਹਾਰਾਜ ਕਹਿੰਦੇ ਭਾਈ ਹਰੇਕ ਜਿਹੜਾ ਹੈ ਸਰ ਭਾਵ ਜਲ
ਜਿੱਥੇ ਵੀ ਕੋਈ ਪ੍ਰਵਾਹ ਚੱਲਦਾ ਹੈ, ਨਿਕਟ ਜਾਹੇ ਜਲ ਬਿਮਲ ਲਖਾਵੋ। ਨੇੜੇ ਜਿੱਥੇ ਵੀ ਤੁਸੀਂ ਕੋਈ ਸੋਹਣਾ ਜਲ ਚੱਲਦਾ ਹੋਇਆ, ਬਿਮਲ ਜਲ ਉਹੀ ਹੁੰਦਾ ਜਿਹੜਾ ਚੱਲ ਰਿਹਾ ਹੈ, ਚੱਲਦੇ ਪਾਣੀ ਚ ਪਾਉਣੇ। ਤਾਂ ਭਾਈ ਨੇੜੇ ਜਿੱਥੇ ਵੀ ਤੁਸੀਂ ਜਾਣੋ, ਸੁਣ ਕਰ ਸਭ ਪਦ ਬੰਧਨ ਕੀਨੀ। ਜਿਹੜਾ ਵੀ ਨੇੜੇ ਹੈ ਸਾਰੇ ਭਾਈ ਉੱਥੇ ਹੀ ਜਲ ਪ੍ਰਵਾਹ ਕਰਨੇ ਹੈ। ਹਸਤੀਆਂ ਸੁਣ ਕਰਕੇ ਸਭ ਨੇ ਸਤਿਗੁਰਾਂ ਦੇ ਚਰਨਾਂ ਤੇ ਬੰਦਨਾ ਕੀਤੀ ਹੈ। ਜੋ ਗੁਰ ਕਹੀ ਮਾਨ ਸਭ ਲੀਨੀ। ਜੋ ਸਤਿਗੁਰਾਂ ਕਿਹਾ ਸਭ ਨੇ ਮੰਨਿਆ ਹੈ। ਪੁਨ ਸਭ ਸੰਗਤ ਦੇ ਉਪਦੇਸ਼। ਫਿਰ ਸਾਰੀਆਂ ਸੰਗਤਾਂ ਨੂੰ ਉਪਦੇਸ਼ ਦਿੱਤਾ। ਨਾਮ ਦਾਨ ਇਸ਼ਨਾਨ ਪ੍ਰਵੇਸ਼। ਨਾਮ ਦਾਨ ਇਸ਼ਨਾਨ ਇਹਦੇ ਵਿੱਚ ਸੁਰਤੀ ਪ੍ਰਵੇਸ਼ ਕਰੇ, ਇਹਦੇ ਤੇ ਚੱਲਣਾ ਹੈ। ਤ੍ਰੈ ਮੁਖ ਕਰਮ ਹਨ। ਕਿਰਪਾ ਦ੍ਰਿਸ਼ਟ ਸਭ ਓਰ ਨਿਹਾਰੇ। ਮਹਾਰਾਜ ਕਿਰਪਾ ਦ੍ਰਿਸ਼ਟੀ ਨਾਲ ਸਭ ਵੱਲ ਵੇਖਦੇ ਐ। ਹੁਤੀ ਭਾਵਨੀ ਜੋ ਜਿਸ ਧਾਰੇ। ਤੋ ਜਿਹੋ ਜੀ ਉਸ ਸਮੇਂ ਕਿਸੇ ਨੇ ਭਾਵਨਾ ਧਾਰੀ ਹੁੰਦੀ ਹੈ, ਸਭ ਕੋ ਮਨ ਬਾਂਛਤ ਫਲ ਦਇਓ। ਸਾਰਿਆਂ ਨੂੰ ਮਹਾਰਾਜ ਨੇ ਮਨ ਇੱਛਤ ਫਲ ਬਖਸ਼ੇ। ਸ੍ਰੀ ਮੋਹਰੀ ਸ਼ੁਭ ਥਲ ਲਿਪ ਵਇਓ। ਸ੍ਰੀ ਬਾਬਾ ਮੋਹਰੀ ਜੀ ਨੇ ਭਾਈ ਸੋਹਣਾ ਫਿਰ ਥਾਂ ਉੱਥੇ ਲਿਪਾ ਪੋਚੀ ਕਰਵਾਈ ਹੈ। ਚੰਦਨ ਆਦ ਸੁਗੰਧ ਛਿੜਕਾਏ। ਚੰਦਨ ਇਤਿਆਦਿਕ ਦੀਆਂ ਸੁਗੰਧੀਆਂ ਛਿੜਕਾਈਆਂ ਹਨ। ਬਰਨ ਬਰਨ ਫੁੱਲਨ ਲਰਕਾਏ। ਰੰਗਾਂ ਰੰਗਾਂ ਦੇ ਫੁੱਲ ਜਿਹੜੇ ਹਨ ਉੱਥੇ ਲਟਕਾਏ ਨੇ। ਸੁਚ ਆਸਨ ਪਾਵਨ ਤਬ ਪਾਵਾ। ਇਉਂ ਆਸਣ ਸੁੱਚਾ ਪਵਿੱਤਰ ਪਾਵਨ ਜਿਹੜਾ ਹੈ ਜਦੋਂ ਜਾਣਿਆ। ਬੈਠ ਗੁਰੂ ਜਪ ਦਾਸੂ ਗਾਵਾ। ਇਉਂ ਭਾਈ ਬਾਬਾ ਦਾਸੂ ਜੀ ਨੇ ਬੈਠ ਕੇ ਗੁਰੂ ਦੀ ਬਾਣੀ ਜਪਜੀ ਸਾਹਿਬ ਪੜ੍ਹਿਆ। ਸਭ ਕੇ ਦੇਖਤ ਪ੍ਰੀਤ ਕਨੇਰੀ। ਸਾਰਿਆਂ ਦੇ ਦੇਖਦਿਆਂ ਬਹੁਤ ਹੀ ਪ੍ਰੀਤ ਦੇ ਨਾਲ। ਬਿਸਦ ਬਸਤਰ ਲੈ ਮੁਖ ਪਰ ਫੇਰੀ। ਹੁਣ ਗੁਰੂ ਸਾਹਿਬ ਉਹਨਾਂ ਟਾਈਮ ਬੈਠੇ ਰਹੇ, ਬਾਬਾ ਦਾਸੂ ਜਪਜੀ ਸਾਹਿਬ ਪੜ੍ਹਦੇ ਰਹੇ। ਫਿਰ ਜਦੋਂ ਸਾਹ ਦੇ ਅੰਦਰ ਬਹੁਤ ਪ੍ਰੀਤ ਦੇਖਦੇ ਆ, ਬਿਸਦ ਬਸਤਰ ਲੈ ਮੁਖ ਪਰ ਫੇਰੀ। ਚਿੱਟਾ ਜਿਹੜਾ ਬਸਤਰ ਸੀ ਉਹ ਲੈ ਕੇ ਇਉਂ ਮੁਖ ਦੇ ਉੱਤੇ ਲੈ ਲਿਆ ਹੈ। ਬ੍ਰਿਧ ਤਬ ਆਸਾ ਸ਼ਬਦ ਪਠਾਵਾ। ਬਾਬਾ ਬੁੱਢਾ ਜੀ ਨੇ ਆਸਾ ਰਾਗ ਦੇ ਸ਼ਬਦ ਪੜ੍ਹੇ ਹਨ। ਵਾਹਿਗੁਰੂ ਸਤਨਾਮ ਜਪਾਵਾ। ਫਿਰ ਸਤਨਾਮ ਵਾਹਿਗੁਰੂ ਸਭ ਨੂੰ ਜਪਾਇਆ ਹੈ। ਬਹੁਤ ਧੁਨ ਭਈ ਸ਼ਬਦ ਤਿਸ ਬੇਰੀ। ਉਸ ਸਮੇਂ ਸ਼ਬਦ ਦੀ ਬਹੁਤ ਉੱਚੀ ਧੁਨ ਹੋਈ ਹੈ। ਸਭ ਕੇ ਮਨ ਪ੍ਰੀਤੀ ਗੁਰ ਕੇਰੀ। ਜੋ ਸਾਰਿਆਂ ਦੇ ਮਨ ਵਿੱਚ ਗੁਰੂ ਪ੍ਰਤੀ ਬਹੁਤ ਪ੍ਰੀਤ ਪ੍ਰੇਮ ਹੈ। ਕਰਤ ਭਏ ਪਰਲੋਕ ਪਿਆਨਾ। ਕਿਉਂ ਸਤਿਗੁਰੂ ਜੀ ਭਾਈ ਹਰ ਪ੍ਰਲੋਕ ਨੂੰ ਪਿਆਨਾ ਕਰ ਗਏ। ਨਭ ਮਹਿ ਕੌਤਕ ਹੋਤ ਮਹਾਨਾ। ਆਕਾਸ਼ ਵਿੱਚ ਬਹੁਤ ਮਹਾਨ ਕੌਤਕ ਹੋਇਆ। ਸੂਰਜ ਤੇਜ ਮੰਦ ਪਰ ਗਇਓ। ਇੰਨਾ ਪ੍ਰਕਾਸ਼ ਹੋਇਆ ਕਿ ਸੂਰਜ ਦਾ ਵੀ ਜਿਹੜਾ ਤੇਜ ਪ੍ਰਕਾਸ਼ ਸੀ ਉਹ ਮੰਦ ਪੈ ਗਿਆ, ਭਾਂ ਫਿੱਕਾ ਪੈ ਗਿਆ। ਬਹੁਤ ਪ੍ਰਕਾਸ਼ ਅਨਕ ਵਿਧ ਭਇਓ। ਬਹੁਤ ਤਰ੍ਹਾਂ ਦਾ ਅਨੇਕਾਂ ਤਰ੍ਹਾਂ ਦਾ ਜਿਹੜਾ ਪ੍ਰਕਾਸ਼ ਹੈ ਬਹੁਤ ਤਰ੍ਹਾਂ ਕਰਕੇ ਹੋਇਆ। ਦੇਵਤਾਨ ਕੇ ਗਨੇ ਬਿਵਾਨਾ। ਹੁਣ ਦੇਵਤਿਆਂ ਦੇ ਜਿਹੜੇ ਬਹੁਤ ਬਿਵਾਨ ਉਹ ਵੀ ਬਿਵਾਨਾਂ ਤੇ ਚੜ ਕੇ ਆਵਤ ਭੇ ਸਤ ਗੁਰ ਅਗਵਾਨਾ। ਉਹ ਵੀ ਗੁਰੂ ਸਾਹਿਬ ਨੂੰ ਅੱਗਿਓਂ ਲੈਣ ਲਈ ਆ ਗਏ ਹਨ। ਚੱਲੀ ਸੁਗੰਧਤ ਮੰਦ ਸਮੀਰਾ। ਹੁਣ ਬਹੁਤ ਸੁਗੰਧੀ ਵਾਲੀ ਹੌਲੀ ਹੌਲੀ ਭਾਵ ਜਿਹੜੀ ਮਿੰਨੀ ਨਵੀਂ ਹਵਾ ਜਿਹੜੀ ਹੈ ਸਮੀਰਾ ਮੰਦ ਭਾਵ ਜਿਹੜੀ ਹੌਲੀ ਹੌਲੀ ਸੁਗੰਧੀ ਸਹਿਤ ਹਵਾ ਚੱਲ ਪਈ। ਗਰਜਤ ਘਨ ਧੁਨ ਮਿਰਦਲ ਗੰਭੀਰਾ। ਤੇ ਨਾਲ ਬੱਦਲ ਹੋ ਗਏ ਐ। ਉਹ ਬੱਦਲ ਜਿਹੜੇ ਨੇ ਬਹੁਤ ਹੀ ਮਿੱਠੀ ਜੀ ਧੁਨ ਵਿੱਚ ਗਰਜਦੇ ਹਨ। ਹਰ 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 ਸੁਰ ਪਤ ਸਭ ਆਏ। ਹਰ
ਵਿਸ਼ਨੂੰ ਜੀ ਹਰ, ਬ੍ਰਹਮਾ ਹਰ, ਸਭ ਨੂੰ ਹਰਨ ਵਾਲਾ ਜਿਹੜਾ ਸ਼ਿਵ, ਤੇ ਸੁਰਪਤ ਜਿਹੜੇ ਦੇਵਤਿਆਂ ਦੇ ਪਤੀ ਹੈ, ਵੀ ਹੋਰ ਸਭ ਆ ਗਏ ਮੁਖੀ ਵੀ। ਗੰਧਰਵ ਸਿੱਧ ਮੁਨੀ ਸਮਦਾਏ, ਜਿੰਨੇ ਗੰਧਰਵ ਦੇਵਤਿਆਂ ਦੇ ਰਾਗੀ ਹੈ, ਸਿੱਧ ਨੇ, ਮੁਨੀ ਹਨ ਸਾਰੇ ਹੀ। ਘਰ ਹੈ ਉਸਤਤ ਅਨਕ ਪ੍ਰਕਾਰਾ, ਅਨੇਕਾਂ ਤਰ੍ਹਾਂ ਦੀ ਭਾਈ ਉਸਤਤੀ ਕਰਦੇ ਨੇ। ਜੈ 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 ਧੁਨ ਊਚ ਉਚਾਰਾ, ਜੈ ਜੈ ਗੁਰੂ ਸਾਹਿਬ ਦੀ ਬਾਰ-ਬਾਰ ਜੈ ਜੈਕਾਰ ਉੱਚੀ ਧੁਨ ਵਿੱਚ ਕਹਿੰਦੇ ਹਨ। ਗਨ ਮਣੀਅਨ ਜਟ ਤਖਤ ਬਿਜਾਲਾ, ਫਿਰ ਬਹੁਤ ਹੀ ਮਣੀਆਂ ਨਾਲ ਜੜਿਆ ਹੋਇਆ ਇੱਕ ਤਖਤ ਜਿਹੜਾ ਹੈ ਪ੍ਰਕਾਸ਼ ਦਾ ਹੋਇਆ। ਲਿਆਏ ਬਿਮਾਨ ਸੁਕਰਤ ਉਜਾਲਾ, ਉਹ ਲੱਗਿਆ ਹੋਇਆ ਇੱਕ ਬਿਮਾਨ ਲਿਆਏ ਜੋ ਬਹੁਤ ਪ੍ਰਕਾਸ਼ ਕਰ ਰਿਹਾ ਆਕਾਸ਼ਾਂ ਵਿੱਚ। ਤਿਸ ਪਰ ਸਤਿਗੁਰ ਤਬ ਆਰੋਹੇ, ਜੋ ਆਤਮ ਸਰੂਪ ਸਤਿਗੁਰੂ ਜੀ ਫਿਰ ਉਹਦੇ ਵਿੱਚ ਬਿਰਾਜਮਾਨ ਹੋ ਗਏ, ਉਹ ਪ੍ਰਕਾਸ਼ ਸਰੂਪ। ਜਿਸ ਕੀ ਛਬ ਪੇਖ ਕਰ ਸਭ ਮੋਹੇ, ਜਿਹਦੀ ਛਵੀ ਮਹਿਮਾ ਵੇਖ ਕੇ ਸਾਰੇ ਹੀ ਮੋਹਿਤ ਹੋ ਗਏ। ਜੈ ਜੈ ਧੁਨ ਠਾਨਤ ਸਭ ਬੰਦੈ, ਸਾਰੇ ਬੰਦਨਾ ਕਰਦੇ ਆ, ਨਾਲੇ ਜੈ ਜੈਕਾਰ ਆਵਾਜ਼ ਵਿੱਚ, ਉੱਚੀ ਆਵਾਜ਼ ਵਿੱਚ ਕਹਿੰਦੇ ਹਨ। ਦਰਸ਼ਨ ਦੇਖਤ ਹਿਰਦੈ ਆਨੰਦੈ, ਦਰਸ਼ਨ ਕਰਕੇ ਐਸਾ ਹਿਰਦੇ ਤੋਂ ਆਨੰਦ ਹੁੰਦੇ ਹਨ। ਸੁਰ ਬਿਵਾਨ ਚੌਹਦਿਸ ਹੋਏ ਚਾਲੇ, ਉਹ ਹੁਣ ਬਿਵਾਨ ਚੱਲਿਆ, ਚਾਰੇ ਪਾਸੇ ਦੇਵਤਿਆਂ ਦੇ ਬਿਵਾਨ ਚੱਲੇ ਹਨ। ਗੁਰੂ ਬਿਰਾਜੈ ਬੀਚ ਬਿਸਾਲੇ, ਗੁਰੂ ਸਾਹਿਬ ਜੀ ਜੋ ਮਹਾਨ ਵੱਡਾ ਬਿਵਾਨ ਹੈ, ਉਹਦੇ ਵਿੱਚ ਸਤਿਗੁਰੂ ਸਾਰੇ ਬਿਵਾਨਾਂ ਦੇ ਵਿੱਚ ਜੋ ਚੱਲ ਰਿਹਾ ਸਤਿਕਾਰ ਸਹਿਤ ਉਹਦੇ ਵਿੱਚ ਬਿਰਾਜਮਾਨ ਨੇ। ਅਨਕ ਭਾਂਤ ਕੇ ਮੰਗਲ ਗਾਵਤ, ਸਭ ਦੇਵਤੇ ਅਨੇਕਾਂ ਤਰ੍ਹਾਂ ਦੇ ਮੰਗਲ ਗਾ ਰਹੇ ਹਨ। ਹਿਮ ਸਭ ਟਲੇ ਜਾਤ ਸੁਖ ਪਾਵਤ, ਤਿਉਂ ਸਾਰੇ ਭਾਈ ਚਲੇ ਜਾ ਰਹੇ ਆ ਸੁਖ ਪਾਉਂਦੇ ਹੋਏ। ਗਮਨ ਸ਼ਕਤ ਜਿਸ ਜਿਸ ਕੀ ਜਹਾਂ, ਜਿੱਥੇ ਜਿੱਥੇ ਤੱਕ ਜਿਸ ਦੇਵਤੇ ਦੀ ਪਹੁੰਚ ਸ਼ਕਤੀ ਸੀ। ਘਰ ਘਰ ਨਮੋ ਸਥਿਰ ਭਏ ਤਾਹਾਂ, ਉਹ ਉੱਥੇ ਉੱਥੇ ਫਿਰ ਨਮਸਕਾਰ ਕਰਕੇ ਰੁਕ ਜਾਂਦੇ ਨੇ ਵੀ ਇਦੋਂ ਅੱਗੇ ਮੈਂ ਨਹੀਂ ਜਾ ਸਕਦਾ, ਮੇਰੀ ਇੱਥੇ ਤੱਕ ਪਹੁੰਚ ਹੈ। ਪਰਮ ਧਾਮ ਬੈਕੁੰਠ ਮਝਾਰਾ, ਉਹ ਸਤਿਗੁਰੂ ਚੱਲਦੇ ਚੱਲਦੇ ਫਿਰ ਜਦੋਂ ਸਾਰੀਆਂ ਪੁਰੀਆਂ ਵਿੱਚ, ਬਿਸ਼ਨਪੁਰੀ ਵਿੱਚ ਵਿਸ਼ਨੂੰ ਜੀ ਟਿਕ ਗਏ, ਬ੍ਰਹਮਪੁਰੀ ਵਿੱਚ ਬ੍ਰਹਮਾ ਜੀ, ਸ਼ਿਵਪੁਰੀ ਵਿੱਚ ਸ਼ਿਵ ਭਗਵਾਨ ਟਿਕ ਗਏ। ਅੱਗੇ ਫਿਰ ਜੋ ਪਰਮ ਧਾਮ ਬੈਕੁੰਠ ਸੱਚਖੰਡ ਹੈ, ਉਸ ਵਿੱਚ ਪਹੁੰਚਤ ਭੇ ਸਤਿਗੁਰੂ ਉਦਾਰਾ, ਮਹਾਨ ਸਤਿਗੁਰੂ ਜੀ ਹੁਣ ਉੱਥੇ ਪਹੁੰਚ ਗਏ। ਪਰਮ ਜੋਤ ਮਹਿ ਜੋਤ ਸਮਾਨੀ, ਜਿਹੜੀ ਗੁਰੂ ਜੋਤ ਹੈ ਗੁਰੂ ਰਾਮਦਾਸ ਮਹਾਰਾਜ ਵਿੱਚ, ਨਿਰਾਕਾਰੀ ਨਿਰਕਾਰੀ ਜੋਤ ਜੋ, ਉਹ ਪਰਮ ਜੋਤੀ ਦੇ ਵਿੱਚ ਜੋਤ ਸਮਾ ਗਈ। ਜਥਾ ਮਿਲ ਹੈ ਪਾਣੀ ਸੰਗ ਪਾਣੀ, ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਹੈ। ਗੋਇੰਦਵਾਲ ਮਿਲੇ ਨਰ ਨਾਰੀ, ਇਧਰ ਗੋਇੰਦਵਾਲ ਸਹਿਮਾਈ ਭਾਈ ਇਉਂ ਇੱਕ ਦੂਜੇ ਨੂੰ ਮਿਲਦੇ। ਧੰਨ ਧੰਨ ਸਤਿਗੁਰੂ ਚਾਰੀ, ਸਾਰੇ ਗੁਰੂ ਸਾਹਿਬ ਨੂੰ ਧੰਨ ਧੰਨ ਕਹਿੰਦੇ ਹਨ। ਗੁਰ ਆਇਸ ਤੇ ਸ਼ੋਕ ਤਿਆਗੇ, ਸਭ ਨੇ ਭਾਈ ਗੁਰੂ ਸਾਹਿਬ ਦਾ ਹੁਕਮ ਸੀ, ਸੋਗ ਨਹੀਂ ਕਿਸੇ ਨੇ ਕੀਤਾ ਹੈ। ਪੁੱਤਰ ਗੁਰੂ ਸਭ ਹੀ ਤਬ ਲਾਗੇ, ਜਿੰਨੇ ਗੁਰੂ ਮਹਾਰਾਜ ਦੇ ਪੁੱਤਰ ਗੁਰੂ ਰਾਮਦਾਸ ਕੀ ਸਾਰੇ ਹੀ ਇਉਂ ਗੁਰੂ ਮਹਾਰਾਜ ਦੇ ਉਪਮਾ ਵਿੱਚ ਗੁਰੂ ਕੀ ਮਹਿਮਾ ਦੇ ਸ਼ਬਦ ਉਚਾਰਦੇ ਹਨ। ਦੇਹ ਸਨਾਨੀ ਪਾਏ ਵਿਬਾਨ, ਉਹ ਸਭ ਨੇ ਭਾਈ ਫਿਰ ਇਸ਼ਨਾਨ ਵਗੈਰਾ ਕੀਤਾ ਹੈ। ਚਾਹੇ ਲੀਨ ਕੰਧੂ ਸੁਖ ਦਾਨ, ਤੇ ਉਹ ਜਿਹੜਾ ਮਹਾਰਾਜ ਦਾ ਸਰੀਰ ਹੈ, ਹੁਣ ਉਹ ਪਹਿਲਾਂ ਤਾਂ ਆਤਮਿਕ ਕਿਰਿਆ ਦੱਸਦੀ, ਇੱਧਰ ਸਰੀਰ ਦਾ ਕੀ ਹੋਇਆ, ਉਹ ਭਾਈ ਇਸ਼ਨਾਨ ਕਰਾ ਕੇ ਵਿਵਾਨ ਵਿੱਚ ਪਾਇਆ। ਚਾਹੇ ਲੀਨ ਕੰਧੂ ਸੁਖਦਾਨ, ਤੇ ਸਤਿਕਾਰ ਨਾਲ ਕੰਨ ਹੀ ਚੱਕਿਆ ਹੈ। ਬਹੁ ਸੰਖਨ ਕੀ ਧੁਨੀ ਉਠਾਈ, ਤੇ ਬਹੁਤ ਸੰਖਾਂ ਦੀ ਆਵਾਜ਼ ਹੋਈ,
ਸਿੱਖ ਬਹੁ ਮਿਲ ਫੁੱਲਨ ਬਰਖਾਈ। ਸਿੱਖਾਂ ਨੇ ਮਿਲ ਕੇ ਬਹੁਤ ਫੁੱਲਾਂ ਦੀ ਵਰਖਾ ਕੀਤੀ। ਪੌਤਰਨ ਪੋਤਰੇ ਗੁਰ ਕੇ ਆਏ। ਗੁਰੂ ਸਾਹਿਬ ਦੇ ਪੁੱਤਰ ਪੋਤਰੇ ਪੜੋਤੇ ਸਭ ਆਏ। ਘਰ ਮਹਿਲੀਨੇ ਚੌਰ ਸੁਹਾਏ। ਇਉਂ ਹੱਥ ਵਿੱਚ ਭਾਈ ਚੌਰ ਲਏ ਸੋਭਦੇ ਹਨ। ਅੱਗੇ ਸ਼ਬਦ ਰਬਾਬੀ ਗਾਵੇ। ਅੱਗੇ ਅੱਗੇ ਰਬਾਬੀ ਸ਼ਬਦ ਗਾਉਂਦੇ ਜਾਂਦੇ। ਠੌਰ ਠੌਰ ਥਿਰ ਪੌੜੀ ਲਾਵੇ। ਜਗ੍ਹਾ ਜਗ੍ਹਾ ਖੜ ਕੇ ਫਿਰ ਪੌੜੀ ਲਾਉਂਦੇ ਨੇ, ਭਾਵ ਪੌੜੀ ਪੜ੍ਹਦੇ ਹਨ। ਸੁੰਦਰ ਤੀਰ ਬਿਪਾਸਾ ਥਾਨ। ਭਾਈ ਸੋਹਣਾ ਸੁੰਦਰ ਥਾਂ ਬਿਪਾਸਾ ਦੇ ਬਿਆਸ ਦਰਿਆ ਦੇ ਕੰਢੇ। ਰਚ ਚੰਦਨ ਕੀ ਚਿਖਾ ਮਹਾਨ। ਉਥੇ ਚੰਦਨ ਦੀ ਮਹਾਨ ਵੱਡੀ ਚਿਖਾ ਰਚੀ ਗਈ। ਗੁਰ ਤਨ ਤਿਸ ਪਰ ਰੱਖ ਗੁਰ ਧਿਆਵਾ। ਗੁਰੂ ਸਾਹਿਬ ਦੇ ਸਰੀਰ ਨੂੰ ਚਿਖਾ ਤੇ ਰੱਖਿਆ ਤੇ ਸਤਿਗੁਰਾਂ ਨੂੰ ਧਿਆਇਆ ਹੈ। ਸਤਨਾਮ ਕਹਿ ਲੰਬੂ ਲਾਵਾ। ਸਤਨਾਮ ਵਾਹਿਗੁਰੂ ਕਹਿੰਦਿਆਂ ਲਾਂਬੂ ਲਾ ਦਿੱਤਾ ਹੈ। ਸ਼ਾਂਤ ਭਈ ਬੰਨੀ ਜਿਸ ਕਾਲਾ। ਜਿਸ ਵੇਲੇ ਬੰਨੀ ਭਾਵ ਅਗਨੀ ਸਮੇਂ ਨਾਲ ਸ਼ਾਂਤ ਹੋਈ। ਉੱਠੇ ਮੋਹਰੀ ਕੇ ਸਭ ਨਾਲਾ। ਬਾਬਾ ਮੋਹਰੀ ਜੀ ਉੱਠੇ, ਸਾਰੇ ਨਾਲ ਫਿਰ ਉੱਠੇ ਹਨ। ਨੀਰ ਬਿਪਾਸਾ ਕੀਨ ਇਸ਼ਨਾਨ। ਸਭ ਨੇ ਬਿਆਸਾ ਦਰਿਆ ਤੇ ਇਸ਼ਨਾਨ ਕੀਤਾ ਹੈ। ਪੁਨ ਆਏ ਬਾਪੀ ਜਹ ਠਾਨ। ਫਿਰ ਆਗੇ ਜਿੱਥੇ ਬੌਲੀ ਸਾਹਿਬ ਸਥਾਨ ਹੈ। ਬਹੁਤ ਪੰਚਾਮ੍ਰਿਤ ਤਵੈ ਕਰਾਇਓ। ਤੇ ਬਹੁਤ ਕੜਾਹ ਪ੍ਰਸ਼ਾਦ ਉਹ ਤਿਆਰ ਹੋਇਆ ਹੈ। ਸੋਹਿਲਾ ਪਠ ਸੰਗਤ ਵਰਤਾਇਓ। ਸੋਹਿਲਾ ਸਾਹਿਬ ਦੇ ਉਹ ਸ਼ਬਦ ਪੜ੍ਹ ਕਰਕੇ ਸੰਗਤ ਵਿੱਚ ਕੜਾਹ ਪ੍ਰਸ਼ਾਦ ਵਰਤਾ ਦਿੱਤਾ। ਲੈ ਸਭ ਸਿੱਖ ਗੁਰੂ ਕੋ ਧਿਆਏ। ਸਾਰੇ ਸਿੱਖਾਂ ਨੇ ਲੈ ਕੇ ਛਕਿਆ ਗੁਰੂ ਸਾਹਿਬ ਨੂੰ ਧਿਆਉਂਦਿਆਂ ਹੋਇਆਂ। ਵਾਹਿਗੁਰੂ ਕਹਿ ਮੁਖ ਮਹਿ ਪਾਏ। ਤੇ ਵਾਹਿਗੁਰੂ ਕਹਿ ਕੇ ਉਹ ਮੁਖ ਦੇ ਵਿੱਚ ਕੜਾਹ ਪ੍ਰਸ਼ਾਦ ਪਾਇਆ ਹੈ। ਸਿਮਰਹਿ ਸਤਿਗੁਰ ਕੇ ਗੁਣ ਰੂਰੈ। ਫਿਰ ਭਾਈ ਗੁਰੂ ਰਹਿ ਕੀ ਸੁੰਦਰ ਗੁਰੂ ਸਾਹਿਬ ਦੇ ਸੁੰਦਰ ਗੁਣਾਂ ਨੂੰ ਚੇਤੇ ਕਰਦੇ। ਸ਼ਾਂਤ ਰੂਪ ਜਨ ਕਾਰਜ ਪੂਰੈ। ਜੋ ਸ਼ਾਂਤ ਸਰੂਪ ਆਪਣੇ ਸੇਵਕਾਂ ਦੇ ਕਾਰਜਾਂ ਨੂੰ ਪੂਰੇ ਕਰਨ ਵਾਲੇ ਹੈ। ਹਰ ਜਸ ਮਹਿ ਦਿਨ ਤੀਨ ਬਿਤਾਏ। 3 ਦਿਨ ਫਿਰਿਓ ਪਰਮੇਸ਼ਰ ਦੇ ਜਸ ਵਿੱਚ ਬਤੀਤ ਕੀਤੇ ਹਨ। ਚਤੁਰਥ ਦਿਵਸ ਚੜਿਓ ਜਬ ਆਏ। ਤੇ ਚੌਥਾ ਦਿਨ ਜਦੋਂ ਆ ਚੜਿਆ ਹੈ। ਸਭ ਗੁਰ ਅੰਸ਼ ਸਿੱਖ ਮਿਲ ਸਾਰੇ। ਸਾਰੇ ਗੁਰੂ ਕੀ ਅੰਸ਼ ਬੰਸ ਬਾਕੀ ਸਾਰੇ ਸਿੱਖ ਮਿਲ ਕੇ ਜਾਵਤ ਭਏ ਸੋ ਨਦੀ ਕਿਨਾਰੇ। ਉਹ ਭਾਈ ਨਦੀ ਕਿਨਾਰੇ ਪਹੁੰਚੇ ਹਨ। ਘਰ ਅਰਦਾਸ ਫੁੱਲ ਸਭੈ ਉਠਾਏ। ਅਰਦਾਸ ਕੀਤੀ ਤੇ ਸਾਰੇ ਫੁੱਲ ਚਿਖਾ ਉਥੋਂ ਇਕੱਠੀ ਕੀਤੀ ਚੁੱਕੀ ਹੈ। ਨਦੀ ਬਿਪਾਸਾ ਮਹਿ ਪ੍ਰਵਾਹੀ। ਤੇ ਬਿਆਸ ਨਦੀ ਦੇ ਵਿੱਚ ਪ੍ਰਵਾਹ ਕਰ ਦਿੱਤੇ। ਪੁਨਹ ਆਏ ਕਰ ਲੀਨ ਕੜਾਹ। ਫਿਰ ਆ ਕਰਕੇ ਕੜਾਹ ਪ੍ਰਸ਼ਾਦ ਤਿਆਰ ਕੀਤਾ। ਪਠ ਆਨੰਦ ਦੀਨ ਸਬਟਵਾਹ। ਆਨੰਦ ਸਾਹਿਬ ਪੜਿਆ ਤੇ ਕੜਾਹ ਪ੍ਰਸ਼ਾਦ ਵਰਤਾ ਦਿੱਤਾ ਹੈ। ਦਿਵਸ ਦੁਸਹਿਰੇ ਕੋ ਜਬ ਆਵਾ। ਜਿੱਦਾਂ ਦੁਸਹਿਰੇ ਦਾ ਦਿਨ ਆਇਆ 10ਵਾਂ ਦਿਨ। ਸ੍ਰੀ ਮੋਹਰੀ ਦਸਤਾਰ ਬੰਧਾਵਾ। ਤਾਂ ਸੁਹਾਏਵਾਨ ਬਾਬਾ ਮੋਹਰੀ ਜੀ ਦੇ ਸਿਰ ਤੇ ਦਸਤਾਰ ਬੰਧੀ ਗਈ। ਦਿਵਸ ਚਤੁਰਦਸਮੋ ਨੀਰਾਇਓ। ਫਿਰ ਭਾਈ 14ਵਾਂ ਦਿਨ ਨੇੜੇ ਆ ਗਿਆ ਹੈ। ਸਭ ਸੰਗਤ ਕੋ ਬੋਲ ਪਠਾਇਓ। ਸਾਰੀਆਂ ਸੰਗਤਾਂ ਨੂੰ ਇਕੱਠਾ ਕਰਿਆ ਸੱਦਿਆ ਹੈ। ਪੰਚ ਦਸੋ ਦਿਨ ਯੱਗ ਕਰਾਵਾ।
ਫਿਰ ਭਾਈ 15ਵੇਂ ਦਿਨ 5 ਤੇ 10 ਭਾਵ ਪੁੰਨਿਆਂ ਤੋਂ ਬਾਅਦ ਮੱਸਿਆ ਆ ਜਾਂਦੀ ਹੈ। ਮੱਸਿਆ ਆ ਗਈ ਸੀ, 15ਵੇਂ ਦਿਨ ਯੱਗ ਕੀਤਾ, ਵੱਡਾ ਲੰਗਰ ਹੋਇਆ ਹੈ। ਸਿੱਖ ਸੰਗਤ ਅਭਿਆਗਤ ਖਾਵਾ, ਸਭ ਸਿੱਖ ਸੰਗਤ ਲੋੜਵੰਦਾਂ ਨੇ ਛਕਿਆ ਹੈ। ਗਨ ਰੰਕਨ ਕੋ ਦੀਨ ਸਦਾਨ, ਬੇਅੰਤ ਗਰੀਬਾਂ ਨੂੰ ਦਾਨ ਦਿੱਤਾ ਹੈ। ਮੰਗਤ ਕੀ ਰੁਚ ਰਹੀ ਨਿਆਨ, ਇੰਨਾ ਬਖਸ਼ਿਆ ਦਾਨ ਕਿ ਮੰਗਣ ਦੀ ਉਹਨਾਂ ਦੀ ਫਿਰ ਰੁਚੀ ਨਹੀਂ ਰਹੀ ਹੈ। ਜਹ ਜਹ ਤੇ ਜੋ ਥੇ ਚੱਲ ਆਏ, ਫਿਰ ਭਾਈ ਜਿੱਥੋਂ ਜਿੱਥੋਂ ਵੀ ਜੋ ਮਾਈ ਭਾਈ ਚੱਲ ਕੇ ਆਏ ਸਨ, ਬੇਦਾ ਭਏ ਸ੍ਰੀ ਸਤਿਗੁਰ ਧਿਆਏ। ਉਹ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਧਿਆਉਂਦੇ ਹੋਏ ਸਾਰੇ ਫਿਰ ਆਪੋ ਆਪਣੇ ਨਗਰਾਂ ਨੂੰ ਵਿਦਾ ਹੋ ਗਏ। ਸ੍ਰੀ ਗੁਰੂ ਰਾਮਦਾਸ ਤਿਸ ਬਾਰੇ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਸ ਸਮੇਂ ਅਮਰ ਗੁਰੂ ਕੇ ਬਾਕ ਚਿਤਾਰੇ, ਗੁਰੂ ਅਮਰਦਾਸ ਮਹਾਰਾਜ ਦੇ ਜਿਹੜੇ ਬਚਨ ਹੈ ਫਿਰ ਉਹ ਚੇਤੇ ਕੀਤੇ ਹਨ ਕਿ ਤੁਸੀਂ ਸ੍ਰੀ ਅੰਮ੍ਰਿਤਸਰ ਰਾਮਦਾਸਪੁਰ ਵਸਾਇਆ, ਉੱਥੇ ਜਾ ਕੇ ਬਸਣਾ। ਉਹ ਬਚਨ ਚੇਤੇ ਕੀਤੇ। ਵਿਦਾ ਲੀਨ ਗੁਰ ਸੁਤ ਤੇ ਚਾਲੇ, ਇਉਂ ਵਿਦਾ ਲੈ ਕੇ ਗੁਰੂ ਪੁੱਤਰਾਂ ਤੋਂ ਮਹਾਰਾਜ ਗੁਰੂ ਰਾਮਦਾਸ ਜੀ ਇੱਥੋਂ ਚੱਲ ਪਏ। ਰਾਮਦਾਸਪੁਰ ਆਏ ਸੁਖਾਲੇ, ਸੁੱਖਾਂ ਸਹਿਤ ਰਾਮਦਾਸਪੁਰ ਭਾਵ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ। ਸੰਮਤ 104 ਮਝਾਰਾ, ਸੰਮਤ 104 ਨਾਨਕ ਸ਼ਾਹੀ ਸੰਮਤ ਐਸੇ 5 ਹੈ। ਪੁੰਨਿਆ ਭਾਦੋਏ ਕੀ ਸੁਖ ਸਾਰਾ, ਜੋ ਭਾਈ ਭਾਦੋਏ ਪੁੰਨਿਆ ਭਾਦਰੋਂ ਸੁਦੀ ਪੁੰਨਿਆਂ ਨੂੰ, ਸੋ ਉਹ ਦਿਨ ਸੀ ਜੋ ਸੁੱਖਾਂ ਦੀ ਸਾਰ ਗੁਰੂ ਪਾਤਸ਼ਾਹ ਜੀ ਜੋਤੀ ਜੋਤ ਸਮਾਵਨ ਕੀਨੇ, ਮਹਾਰਾਜ ਜੋਤੀ ਜੋਤ ਸਮਾਉਣਾ ਕੀਤਾ। ਭਾਵ 1631 ਬਿਕਰਮੀ ਸੰਮਤ ਭਾਦਰੋਂ ਸੁਦੀ ਪੁੰਨਿਆ ਦਾ ਦਿਨ ਸੀ। ਜਿਨ ਕੇ ਚਰਤ ਅੰਤ ਤੇ ਹੀਨੇ, ਜਿਨ੍ਹਾਂ ਦੇ ਭਾਈ ਜਿਹੜੇ ਕੌਤਕ ਹਨ ਅੰਤ ਤੇ ਹੀਨੇ, ਵੀ ਉਹਨਾਂ ਦਾ ਕੋਈ ਅੰਤ ਨਹੀਂ ਹੈ। ਜਥਾ ਮਤ ਸਤਿਗੁਰ ਤੇ ਪਾਈ, ਸੰਤ ਰੇਣ ਕਵੀ ਪ੍ਰੇਮ ਸਿੰਘ ਕਹਿੰਦੇ ਭਾਈ ਗੁਰਮੁਖੋ ਜਿਹੋ ਜੀ ਮਤ ਮੈਂ ਸਤਿਗੁਰੂ ਤੋਂ ਪ੍ਰਾਪਤ ਕੀਤੀ ਹੈ, ਕਥਾ ਕਥੀ ਨਿਜ ਮਤ ਨਹਿ ਰਾਕਾਈ, ਉਹੇ ਜੀ ਭਾਈ ਮੈਂ ਕਥਾ ਜਿਹੜੀ ਹੈ ਉਹ ਗੁਰੂ ਪਾਤਸ਼ਾਹ ਮਹਾਰਾਜ ਦੀ ਕਥਨ ਕੀਤੀ ਹੈ। ਜਿਹੋ ਜੀ ਮਤ ਬੁੱਧ ਗੁਰੂ ਪਾਤਸ਼ਾਹ ਮਹਾਰਾਜ ਨੇ ਸੰਤ ਰੇਣ ਪ੍ਰੇਮ ਸਿੰਘ ਜੀ ਕਹਿੰਦੇ ਭਾਈ ਮੈਨੂੰ ਬਖਸ਼ਿਸ਼ ਕੀਤੀ, ਕਥਾ ਕਥੀ ਉਹੀ ਮੈਂ ਕਥਾ ਜਿਹੜੀ ਹੈ ਕਥਨ ਕੀਤੀ। ਨਿਜ ਮਤ ਨਹਿ ਕਾਈ, ਇਹਦੇ ਵਿੱਚ ਮੇਰੀ ਕੋਈ ਆਪਣੀ ਮਤ ਨਹੀਂ ਹੈ, ਇਹ ਸਾਰਾ ਗੁਰੂ ਨੇ ਮਤ ਬਖਸ਼ੀ ਜੋ ਉਹਦੇ ਮੁਤਾਬਕ ਹੈ। ਦੋਹਰਾ ਤ੍ਰਿਤੀਏ ਸਤਿਗੁਰ ਅਮਰ ਕੀ, ਭਈ ਕਥਾ ਇਤ ਆਏ। ਤੀਜੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਸੰਤ ਰੇਣ ਜੀ ਕਹਿੰਦੇ ਭਾਈ ਜਿਹੜੀ ਕਥਾ ਉਹ ਇੱਥੇ ਆ ਕੇ ਇਤ ਹੋ ਗਈ ਹੈ, ਸਮਾਪਤ ਹੋਈ ਹੈ। ਪਠੈ ਸੁਨੈ ਮਨ ਲਾਏ, ਜੋ ਮੁਕਤ ਭੁਗਤ ਕੋ ਪਾਏ। ਜਿਹੜਾ ਕੋਈ ਇਸ ਕਥਾ ਨੂੰ ਪਠੈ ਸੁਨੈ ਮਨ ਲਾਏ, ਜੋ ਮਨ ਲਾ ਕੇ ਪੜ੍ਹੇਗਾ ਜਾਂ ਸੁਣੇਗਾ, ਮੁਕਤ ਭੁਗਤ ਕੋ ਪਾਏ, ਉਹ ਮੁਕਤੀ ਵੀ ਪਾ ਲੂ ਤੇ ਭੁਗਤ ਕਹੀਏ ਸੰਸਾਰੀ ਇੱਛਾ ਸੰਸਾਰੀ ਪਦਾਰਥ ਵੀ ਪ੍ਰਾਪਤ ਕਰ ਲਵੇਗਾ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ, ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਤ੍ਰਿਤੀਆ ਮਹੱਲੇ ਤੀਜੇ ਮਹੱਲੇ ਨੇ ਸ੍ਰੀ ਸਤਿਗੁਰੂ ਅਮਰਦਾਸ ਸਾਹਿਬ ਜੀ ਜੋਤੀ ਜੋ ਸਮਾਵਨ ਪ੍ਰਸੰਗ ਵਰਣਨ। ਇਹ ਭਾਈ ਪ੍ਰਸੰਗ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਦੇ ਜੋਤੀ ਜੋ ਸਮਾਉਣ ਦਾ ਵਰਣਨ ਕੀਤਾ ਹੈ। ਕਵੀ ਸੰਤ ਰੇਣ ਪ੍ਰੇਮ ਸਿੰਘ ਭਾਖਾ ਵਿੱਚ ਰਤ ਤੇ ਨਾਮ 22ਵਾਂ ਮੰਦਰ ਹੈ। ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਭਾਖਾ ਵੇ ਰਚਤੇ, ਭਾਵ ਆਪਣੇ ਇਹ ਜਿਹੜੀ ਹੈ ਭਾਈ ਕਥਾ ਰਚੀ ਹੈ, ਕਹੀ ਹੈ, ਲਿਖਤ ਕਰਾਈ ਹੈ।
ਨਾਮ 22ਵਾਂ ਮੰਦਰ ਹੈ। ਇਹ 22ਵੇਂ ਘਰ ਦਾ ਪ੍ਰਸੰਗ ਹੈ। ਸ੍ਰੀ ਤ੍ਰਿਤੀਯ ਗੁਰ ਗਾਥਾ ਸ਼ੁਭ ਸਮਾਪਤੰ। ਇਹ ਭਾਈ ਸ੍ਰੀ ਗੁਰੂ ਅਮਰਦਾਸ ਮਹਾਰਾਜ ਤੀਜੇ ਸਤਿਗੁਰੂ ਦੀ ਕਥਾ ਜਿਹੜੀ ਹੈ ਇੱਥੇ ਸਮਾਪਤ ਹੁੰਦੀ ਹੈ। ਆਓ ਟਾਈਮ ਵੀ ਹੋ ਗਿਆ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।